This meeting is being recorded. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਹਾਜ਼ਰੀ ਦਾ ਪ੍ਰਮਾਣ ਕਰਨੀ। ਆਪਾਂ ਕੁਝ ਸਮਾਂ ਪਹਿਲੇ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਹੁਕਮ ਜਿਹੜੇ ਨੇ ਉਹਨਾਂ ਦੀ ਇੱਕ ਲੜੀ ਜਿਹੜੀ ਹੈ ਸ਼ੁਰੂ ਕੀਤੀ ਸੀ। ਸੋ ਅੱਜ ਆਪਾਂ ਉਸ ਲੜੀ ਨੂੰ ਅੱਗੇ ਚਲਾਉਣਾ ਹੈ। ਉਸ ਲੜੀ ਦੇ ਵਿੱਚ ਹੁਣ ਆਪਾਂ ਗੁਰੂ ਸਾਹਿਬ ਦਾ ਜਿਹੜਾ 21ਵਾਂ ਹੁਕਮ ਹੈ ਉੱਥੇ ਆਪਾਂ ਪਹੁੰਚੇ ਹਾਂ। ਔਰ ਜਿਸ ਤਰ੍ਹਾਂ ਆਪਾਂ ਪਹਿਲੇ ਵੀ ਵਿਚਾਰ ਕੀਤੀ ਹੈ ਕਿ ਇਹ ਜਿਹੜੇ ਗੁਰੂ ਸਾਹਿਬ ਦੇ ਹੁਕਮ ਨੇ, ਇਹ ਗੁਰੂ ਸਾਹਿਬ ਦੇ ਹੁਕਮ ਜਿਹੜੇ ਨੇ ਬੇਸਿਸ ਫਾਰਮ ਕਰਦੇ ਨੇ ਆਫ ਦੀ ਕਰੰਟ ਸਿੱਖ ਰਹਿਤ ਮਰਿਆਦਾ, ਜੋ ਅੱਜ ਪੰਥ ਦੀ ਇੱਕ ਰਹਿਤ ਮਰਿਆਦਾ ਹੈ। ਅਗਰ ਅਸੀਂ ਉਸ ਦਾ ਪਿਛੋਕੜ ਦੇਖਣ ਦੀ ਕੋਸ਼ਿਸ਼ ਕਰੀਏ ਤੇ we can trace the beginning of that to the ਹੁਕਮਸ of ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਹੁਕਮ ਨੇ, ਉਹ ਹੁਕਮ ਵੀ ਗੁਰੂ ਸਾਹਿਬ ਨੇ ਕੋਈ ਇੱਦਾਂ ਨਹੀਂ ਆਪਾਂ ਕਹਿ ਸਕਦੇ ਕਿ ਐਕਸਕਲੂਸਿਵਲੀ ਉਹਨਾਂ ਨੇ ਆਪਣੇ ਕੋਲੋਂ ਉਹਨਾਂ ਨੂੰ ਕ੍ਰੀਏਟ ਕੀਤਾ ਹੈ। ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ ਉਹਨਾਂ ਦੀ ਵੀ ਜਿਹੜੀ ਫਾਊਂਡੇਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਔਰ ਹੋਰ ਜਿੰਨੇ ਵੀ ਭਗਤਾਂ ਦੀ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਉਹਨਾਂ ਹੁਕਮਾਂ ਦੀ ਇੱਕ ਵੈਰੀ ਬੇਸਿਕ ਫੰਡਾਮੈਂਟਲ ਫਾਊਂਡੇਸ਼ਨ ਹੈ। ਸੋ ਆਪਾਂ ਅੱਜ ਵਿਚਾਰ ਇਹ ਕਰਨਾ ਹੈ ਕਿ ਵੀ ਜਿਹੜਾ ਅੱਜ ਦਾ ਉਹਨਾਂ ਦਾ ਹੁਕਮ ਹੈ ਉਸ ਹੁਕਮ ਦਾ ਕੀ ਮਤਲਬ ਹੈ ਔਰ ਗੁਰੂ ਸਾਹਿਬ ਨੇ ਉਹ ਹੁਕਮ ਸਾਨੂੰ ਕਿਉਂ ਦਿੱਤਾ ਔਰ ਉਸ ਹੁਕਮ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਬੇਸਿਸ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਜਿਹੜੀ ਹੈ ਗੁਰੂ ਸਾਹਿਬਾਨ ਦੀ, ਭਗਤਾਂ ਦੀ, ਭੱਟਾਂ ਦੀ, ਉਹ ਉਸ ਹੁਕਮ ਬਾਰੇ ਕੀ ਕਹਿੰਦੀ ਹੈ, ਤਾਂ ਕਿ ਅਸੀਂ ਇੱਕ ਕਨੈਕਸ਼ਨ ਡਿਵੈਲਪ ਕਰ ਸਕੀਏ ਕਿ ਗੁਰੂ ਸਾਹਿਬ ਦੇ ਜਿਹੜੇ ਹੁਕਮ ਨੇ ਔਰ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸ ਤਰ੍ਹਾਂ ਕਨੈਕਟਡ ਹੈ ਔਰ ਉਹ ਕਿਸ ਤਰ੍ਹਾਂ ਗੁਰੂ ਸਾਹਿਬ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਰਹੇ ਨੇ। ਆਪਾਂ ਸ਼ੁਰੂ ਕਰੀਏ, ਗੁਰੂ ਸਾਹਿਬ ਦੇ ਕੋਲ ਬੰਦਨਾ ਕਰੀਏ, ਅਰਦਾਸ ਕਰੀਏ ਕਿ ਉਹ ਸਾਡਾ ਮਾਰਗਦਰਸ਼ਨ ਕਰਨ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਤੇ ਕਰ ਹੱਥ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਮਿਹਰ ਕਰ, ਸਾਨੂੰ ਇੰਨੀ ਸੋਝੀ ਦੇ ਕਿ ਤੇਰੀ ਦਿੱਤੀ ਹੋਈ ਬਾਣੀ, ਤੇਰੇ ਦਿੱਤੇ ਹੋਏ ਹੁਕਮ ਜਿਹੜੇ ਨੇ ਉਹਨਾਂ ਨੂੰ ਅਸੀਂ ਸਮਝ ਸਕੀਏ। ਗੁਰੂ ਸਾਹਿਬ ਦਾ ਜਿਹੜਾ 21ਵਾਂ ਹੁਕਮ ਹੈ ਉਹ ਇਹ ਕਹਿੰਦਾ ਹੈ ਕਿ ਕਿਸੇ ਦੀ ਨਿੰਦਾ, ਚੁਗਲੀ ਜਾਂ ਈਰਖਾ ਜਿਹੜੀ ਹੈ ਉਹ ਨਹੀਂ ਕਰਨੀ। ਕੋਈ ਵੀ ਸਲੈਂਡਰ, ਬੈਕਬਾਈਟਿੰਗ, ਸਮੀਅਰਿੰਗ, ਚੁਗਲੀ ਜਾਂ ਈਰਖਾ ਜਿਹੜੀ ਹੈ, ਗੌਸਿਪਿੰਗ, ਚੁਗਲੀ ਜਿਹੜੀ ਹੈ ਉਹ ਗੌਸਿਪਿੰਗ, ਈਰਖਾ ਜਿਹੜੀ ਹੈ ਉਹ ਜੈਲਸੀ, ਇਹ ਨਹੀਂ ਕਰਨੀ। ਪਹਿਲੇ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ ਕਿ ਨਿੰਦਾ ਜਿਹੜੀ ਹੈ ਉਹ ਅਸਲ ਦੇ ਵਿੱਚ ਹੈ ਕੀ ਔਰ ਇਨਸਾਨ ਨਿੰਦਾ ਜਿਹੜੀ ਹੈ ਜਾਂ ਚੁਗਲੀ ਹੈ, ਇਸ ਕਿਸਮ ਦੀਆਂ ਚੀਜ਼ਾਂ ਦੇ ਵਿੱਚ ਕਿਉਂ ਇੰਡਲਜ ਕਰਦਾ ਹੈ। ਆਪਣੀ ਸਮਝ ਮੁਤਾਬਿਕ ਮੈਂ ਇਹ ਵਿਚਾਰ ਜਿਹੜੇ ਨੇ ਆਪ ਦੇ ਨਾਲ ਸ਼ੇਅਰ ਕਰ ਰਿਹਾ, ਪਰ ਇਹ ਹੈ ਕਿ ਆਪ ਨੂੰ ਬੇਨਤੀ ਹੈ ਕਿ ਡਿਊਰਿੰਗ ਦ ਪ੍ਰੈਜੈਂਟੇਸ਼ਨ ਵਿਚਾਰ ਜਾਂ ਆਫਟਰਵਰਡਸ ਇੱਕ ਬੜਾ ਇੰਪੋਰਟੈਂਟ ਟੌਪਿਕ ਹੈ, ਇੱਕ ਬੜਾ ਸੋਸ਼ਲ ਟੌਪਿਕ ਹੈ ਜਿਹੜਾ ਹਰ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ। ਇਸ ਦੇ ਉੱਤੇ ਤੁਸੀਂ ਆਪਣਾ ਵਿਚਾਰ, ਆਪਣਾ ਕਮੈਂਟ, ਆਪਣੀ ਟਿੱਪਣੀ ਜ਼ਰੂਰ ਦਿਓ। ਮੈਂ ਉਸ ਨੂੰ ਜਿੰਨਾ ਕੁ ਆਪਣੀ ਸਮਝ ਮੁਤਾਬਿਕ ਸ਼ੇਅਰ ਕਰ ਸਕਦਾ ਹਾਂ, ਕਵਰ ਕਰ ਸਕਦਾ ਹਾਂ, ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਕੋਈ ਵੀ ਕਿਸੇ ਕਿਸਮ ਦੀ ਅਸੀਂ ਅਗਰ ਫਾਲਸ ਜਾਂ ਡੈਮੇਜਿੰਗ ਸਟੇਟਮੈਂਟ ਜਿਹੜੀ ਹੈ ਉਹ ਕਿਸੇ ਬਾਰੇ ਕਹਿੰਦੇ ਆ, ਕਿਸੇ ਬਾਰੇ ਕਹਿੰਦੇ ਆ ਜਾਂ ਕਿਸੇ ਸੰਸਥਾ ਬਾਰੇ ਕਹਿੰਦੇ ਆ, ਜਿਹਦੇ ਨਾਲ ਕਿ ਅਗਲੇ ਦੀ ਜਿਹੜੀ ਰੈਪੂਟੇਸ਼ਨ ਹੈ ਉਹ ਖਰਾਬ ਹੋਵੇ, ਉਸ ਨੂੰ ਅਸੀਂ ਸਲੈਂਡਰ ਕਹਿੰਦੇ ਹਾਂ ਜਾਂ ਪੰਜਾਬੀ ਦੇ ਵਿੱਚ ਉਸ ਨੂੰ ਨਿੰਦਾ ਜਿਹੜੀ ਹੈ ਉਹ ਕਹਿੰਦੇ ਆ। ਉਹ ਨਿੰਦਾ ਜਿਹੜੀ ਹੈ ਜ਼ਿਆਦਾਤਰ ਓਰਲ ਹੁੰਦੀ ਹੈ
ਜ਼ਬਾਨੀ ਆਪਾਂ ਜੋ ਗੱਲਬਾਤ ਕਰਦੇ ਹਾਂ, but it can be written also. 99% of the time, majority of the time, ਉਹ ਜਿਹੜੀ ਅਸੀਂ ਸਲੈਂਡਰਿੰਗ ਕਰ ਰਹੇ ਹਾਂ, ਕਿਸੇ ਬਾਰੇ ਕੋਈ ਫਾਲਸ ਸਟੇਟਮੈਂਟ ਕਰ ਰਹੇ ਹਾਂ, ਉਹ ਅਨਟਰੂ ਹੁੰਦੀ ਹੈ। ਲੇਕਿਨ ਆਪਾਂ ਇਸ 'ਚ ਇਹ ਵੀ ਵਿਚਾਰ ਕਰਾਂਗੇ ਕਿ ਉਹ ਟਰੂ ਵੀ ਹੋ ਸਕਦੀ ਹੈ। ਅਗਰ ਉਹ ਟਰੂ ਹੈ ਤੇ ਫਿਰ ਅਸੀਂ ਕੀ ਕਰਨਾ ਹੈ? ਫਿਰ ਗੁਰਬਾਣੀ ਸਾਨੂੰ ਉਸ ਬਾਰੇ ਕੀ ਕਹਿੰਦੀ ਹੈ? ਔਰ ਇਹ ਕੇਸ ਦੇ ਵਿੱਚ ਕਿਉਂਕਿ ਅਸੀਂ ਇੱਕ ਸੁਸਾਇਟੀ 'ਚ ਰਹਿੰਦੇ ਹਾਂ ਜਿੱਥੇ there are a set of laws that govern us, there is a constitution, there is a legal system, ਉਸ ਲੀਗਲ ਸਿਸਟਮ ਦੇ ਹਿਸਾਬ ਦੇ ਨਾਲ ਕਿਸੇ ਨੂੰ ਸਲੈਂਡਰ ਕਰਨਾ ਜਿਹੜਾ ਹੈ, ਕਿਸੇ ਦੀ ਰੈਪੂਟੇਸ਼ਨ ਨੂੰ, ਕਿਸੇ ਦੀ ਜਿਹੜੀ ਸੋਸ਼ਲ ਸਟੈਂਡਿੰਗ ਹੈ, ਉਸ ਨੂੰ ਫਾਲਸ ਐਲੀਗੇਸ਼ਨਸ ਦੇ ਨਾਲ ਡੈਮੇਜ ਕਰਨਾ ਜਿਹੜਾ ਹੈ ਇੱਕ ਕ੍ਰਿਮੀਨਲ ਆਫੈਂਸ ਹੈ ਅੰਡਰ ਦੀ ਟੌਟ ਲਾਅ। ਜਿਸ ਤਰ੍ਹਾਂ ਆਪ ਜਾਣਦੇ ਹੋ UK, ਕੈਨੇਡਾ, ਇਹ ਜਿਹੜੀਆਂ ਕੰਟਰੀਜ਼ ਨੇ, ਇਹਨਾਂ ਦੇ ਵਿੱਚ ਜਿਹੜਾ ਕ੍ਰਿਮੀਨਲ ਲਾਅ ਹੈ ਉਸਨੂੰ ਟੌਟ ਕਹਿੰਦੇ ਨੇ। ਸੋ ਅੰਡਰ ਦੀ ਟੌਟ ਲਾਅ ਉਹ ਇੱਕ ਕ੍ਰਿਮੀਨਲ ਆਫੈਂਸ ਵੀ ਹੈ। ਬਟ ਐਨੀਵੇਜ਼ ਆਪਾਂ ਉਸ ਪਾਸੇ ਨਹੀਂ ਜਾਂਦੇ। ਜਿਹੜੀ ਨਿੰਦਾ ਹੈ, ਸਲੈਂਡਰਿੰਗ ਹੈ, ਉਸ ਦਾ ਜਿਹੜਾ ਆਧਾਰ ਹੈ, ਉਸ ਦਾ ਜਿਹੜਾ ਬੇਸਿਸ ਹੈ, ਉਹ ਰਿਲੀਜੀਅਸ ਵੀ ਹੋ ਸਕਦਾ ਹੈ, ਸਪਿਰਿਚੁਅਲ ਵੀ ਹੋ ਸਕਦਾ ਹੈ। ਆਪਾਂ ਕਹਿੰਦੇ ਹਾਂ ਜੀ ਇਹ ਤੇ ਐਵੇਂ ਝੂਠਾ ਬਾਬਾ ਬਣ ਕੇ ਬੈਠਾ ਹੈ, ਇਹ ਤੇ ਐਵੇਂ ਸਾਧ ਬਣਿਆ ਹੈ, ਜਾਂ ਉੱਤੋਂ ਦਿਖਾਵਾ ਕਰਦਾ ਹੈ, ਜਾਂ ਫਲਾਣਾ ਕਰਦਾ ਹੈ। ਉਸ ਸਲੈਂਡਰਿੰਗ ਦਾ ਜਿਹੜਾ ਬੇਸਿਸ ਹੈ ਉਹ ਇੱਕ ਰਿਲੀਜੀਅਸ ਜਾਂ ਸਪਿਰਿਚੁਅਲਿਟੀ ਹੈ। ਅਸੀਂ ਅਗਲੇ ਬੰਦੇ ਦੀ ਜਿਹੜੀ ਰਿਲੀਜੀਅਸ ਜਾਂ ਸਪਿਰਿਚੁਅਲ ਕਮਿਟਮੈਂਟ ਹੈ, ਜਾਂ ਉਸ ਦੀ ਜਿਹੜੀ ਉਸ ਦਾ ਜਿਹੜਾ ਡਿਮੀਨਰ ਹੈ, ਅਸੀਂ ਉਸ ਨੂੰ ਕੁਐਸਚਨ ਕਰ ਰਹੇ ਹਾਂ। ਅਸੀਂ ਕਿਸੇ ਬੰਦੇ ਦੀ ਮੋਰੈਲਿਟੀ ਨੂੰ ਜਾਂ ਉਸ ਦੀ ਕੋਈ ਵੀ ਹੋਰ ਸੋਸ਼ਲ ਐਕਟੀਵਿਟੀ ਜਿਹੜੀ ਹੈ ਉਸ ਨੂੰ ਕੁਐਸਚਨ ਕਰ ਸਕਦੇ ਹਾਂ, ਉਸ ਦੇ ਬਾਰੇ ਫਾਲਸ ਡੈਮੇਜਿੰਗ ਸਟੇਟਮੈਂਟਸ ਜਿਹੜੀਆਂ ਨੇ ਉਹ ਮੇਕ ਕਰ ਸਕਦੇ ਹਾਂ। ਇੱਥੇ ਤੱਕ ਕਿ ਅਗਰ ਕਿਸੇ ਦੇ ਬਾਰੇ ਕੋਈ ਉਸ ਦੀ ਜਿਹੜੀ ਫਿਜ਼ੀਕਲ ਲੁਕਸ ਨੇ, ਕੋਈ ਅਗਰ ਰੱਬ ਨਾ ਕਰੇ ਕਿਸੇ ਨੂੰ ਕੋਈ ਡਿਸੇਬਿਲਿਟੀ ਹੈ, ਕੋਈ ਕਿਸੇ ਦਾ ਦੇਖਣ ਨੂੰ ਕੋਈ ਪ੍ਰੋਬਲਮ ਹੈ, ਜਾਂ ਕੋਈ, ਉਹ ਵੀ ਇੱਕ ਚੀਜ਼ ਜਿਹੜੀ ਹੈ ਉਹ ਸਲੈਂਡਰ ਦੇ ਵਿੱਚ ਆਉਂਦੀ ਹੈ। ਅਗਰ ਕੋਈ ਬੰਦਾ ਕਿਸੇ ਪੋਜੀਸ਼ਨ ਆਫ ਅਥਾਰਟੀ ਦੇ ਵਿੱਚ ਹੈ, ਕੋਈ ਐਕਸ਼ਨਸ ਲੈ ਰਿਹਾ ਹੈ, ਕੋਈ ਉਸ ਦਾ ਕੋਈ ਬਿਹੇਵੀਅਰ ਹੈ, ਔਰ ਅਸੀਂ ਉਸ ਦਾ ਜਿਹੜਾ ਐਕਸ਼ਨਸ ਜਾਂ ਬਿਹੇਵੀਅਰ ਨੇ ਵਾਈਲ ਬੀਇੰਗ ਇਨ ਦੈਟ ਪੋਜੀਸ਼ਨ ਆਫ ਅਥਾਰਟੀ, ਅਸੀਂ ਉਸ ਦੇ ਬਾਰੇ ਕੋਈ ਮਾੜੀ ਗੱਲ ਕਹਿੰਦੇ ਹਾਂ, ਉਹ ਵੀ ਟੈਕਨੀਕਲੀ ਇੱਕ ਸਲੈਂਡਰਿੰਗ ਦੇ ਵਿੱਚ ਆਉਂਦੀ ਹੈ। ਜਾਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਹ ਬੰਦਾ ਜਿਹੜਾ ਹੈ ਤਾਂ ਬੜਾ ਮਾਇਆ ਦੇ ਵਿੱਚ ਬੱਝਾ ਹੋਇਆ, ਮਟੀਰੀਅਲ ਅਟੈਚਮੈਂਟ ਦੇ ਨਾਲ, ਘਰ ਨਾਲ, ਪੈਸੇ ਨਾਲ, ਫੈਮਿਲੀ ਨਾਲ। ਇਹ ਸਾਰੀਆਂ ਇੱਕ ਕਿਸਮ ਦੀਆਂ ਸਲੈਂਡਰਿੰਗ ਨੇ। ਸਲੈਂਡਰ ਦੀਆਂ ਡਿਫਰੈਂਟ ਜਿਹੜੀਆਂ ਕੈਟਾਗਰੀਜ਼ ਨੇ ਉਸ ਦੇ ਵਿੱਚ ਇਸ ਨੂੰ ਕੰਸੀਡਰ ਕੀਤਾ ਜਾਂਦਾ ਹੈ। ਹੁਣ ਗੱਲ ਆਉਂਦੀ ਹੈ ਵੀ ਇਨਸਾਨ ਸਲੈਂਡਰ ਕਰਦਾ ਕਿਉਂ ਹੈ। ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਸਲੈਂਡਰ ਜਿਹੜਾ ਹੈ, ਕੋਈ ਅਗਰ ਗੌਸਿਪ ਕਰ ਰਿਹਾ ਹੈ, ਕਿਸੇ ਦੀ ਨਿੰਦਾ ਕਰ ਰਿਹਾ ਹੈ, ਚੁਗਲੀ ਕਰ ਰਿਹਾ ਹੈ, ਉਹਦੇ ਪਿੱਛੇ ਇੱਕ ਐਨਵੀ ਹੈ, ਉਸਦੇ ਪਿੱਛੇ ਇੱਕ ਜੈਲਸੀ ਹੈ। ਜਾਂ ਹੋ ਸਕਦਾ ਹੈ ਕਿ ਕੋਈ ਇਨਸਾਨ ਜਿਹੜਾ ਹੈ ਉਹ ਕਿਸੇ ਦੂਸਰੇ ਦੇ ਕੋਲੋਂ ਕੋਈ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ। ਕਈ ਵਾਰ ਅਸੀਂ ਇਸ ਕਿਸਮ ਦੀ ਵੀ ਗੱਲਾਂ ਕਿਸੇ ਬਾਰੇ ਕਰਦੇ ਹਾਂ ਜਿੱਥੇ ਅਸੀਂ ਆਪਣੇ ਐਕਸ਼ਨਸ ਜਿਹੜੇ ਨੇ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਇੱਦਾਂ ਕੀਤਾ ਕਿਉਂਕਿ ਅਗਲੇ ਨੇ ਮੈਨੂੰ ਇੱਦਾਂ ਕਿਹਾ ਸੀਗਾ, ਅਗਲੇ ਨੇ ਮੈਨੂੰ ਇੱਦਾਂ ਪ੍ਰਵੋਕ ਕੀਤਾ ਸੀ, ਉਸ ਦੇ ਜਿਹੜੇ ਐਕਸ਼ਨ ਸੀਗੇ ਉਹ ਗਲਤ ਸੀਗੇ, ਇਸ ਕਰਕੇ ਮੈਂ ਆ ਕੀਤਾ। ਕੋਈ ਵੀ ਐਸਾ ਕੰਮ ਜਿੱਥੇ ਕਿ ਮੈਂ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰ ਰਿਹਾ ਹੋਰਾਂ ਨੂੰ ਬਲੇਮ ਕਰਕੇ, ਉਹ ਵੀ ਕਿਸਮ ਦੀ ਸਲੈਂਡਰ ਮੰਨੀ ਜਾਂਦੀ ਹੈ ਕਿ ਜੋ ਮੈਂ ਉਸ ਨੂੰ ਬਲੇਮ ਕਰ ਰਿਹਾ, ਜੋ ਉਸ ਬਾਰੇ ਕਹਿ ਰਿਹਾ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰਨ ਵਾਸਤੇ, ਉਹ ਵੀ ਇੱਕ ਸਲੈਂਡਰ ਹੈ। ਔਰ ਇੱਕ ਹੋਰ ਜਿਸ ਵੇਲੇ ਮੈਂ ਦੇਖ ਰਿਹਾ ਸੀ ਤੇ ਉਸ ਸੇ ਮੈਨੂੰ ਬੜੀ ਕਾਮਨ ਚੀਜ਼ ਨਜ਼ਰ ਆਈ, ਜਿਹੜੀ ਅਕਸਰ ਅਸੀਂ ਪੰਜਾਬੀ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ ਕਿਸੇ ਦਾ ਤਵਾ ਲਾਣਾ। ਉਹਦਾ ਪਰਪਸ ਸਿਰਫ ਇੱਕ ਅਮਿਊਜ਼ਮੈਂਟ ਹੈ। ਜ਼ਰੂਰੀ ਨਹੀਂ ਵੀ ਉਸ ਦੇ ਵਿੱਚ ਕੋਈ ਕਿਸੇ ਦਾ ਕੋਈ ਅਸੀਂ ਨੁਕਸਾਨ ਕਰਨਾ ਚਾਹੁੰਦੇ ਹਾਂ, ਕਿਸੇ ਨੂੰ ਕੋਈ ਡੈਮੇਜ ਕਰਨਾ ਚਾਹੁੰਦੇ ਹਾਂ। ਐਵੇਂ ਜਸਟ ਬੈਠੇ ਹਾਂ, ਗੌਸਿਪ ਕਰ ਰਹੇ ਹਾਂ, ਠੀਕ ਹੈ, ਗੌਸਿਪ ਕਰਦੇ ਕਰਦੇ ਅਗਲੇ ਦਾ ਚਲੋ ਜੀ ਤਵਾ ਲਾ ਦੇ। ਪਰ ਗੁਰੂ ਸਾਹਿਬ ਕਹਿੰਦੇ ਵੀ ਇਹ ਵੀ ਇੱਕ ਇਹ ਜਿਹੜੀ ਇੱਕ ਅਮਿਊਜ਼ਮੈਂਟ ਵਾਸਤੇ ਅਸੀਂ ਕਿਸੇ ਨੂੰ ਮਾੜਾ ਕਹਿ ਰਹੇ ਹਾਂ, ਇਹ ਵੀ ਇੱਕ ਸਲੈਂਡਰ ਹੈ ਜਿਹੜੀ ਮਾੜੀ ਹੈ। ਹੁਣ ਅਕਸਰ ਅਸੀਂ ਇਹ ਸੋਚਦੇ ਹਾਂ ਕਿ ਵੀ ਮੈਂ
ਕਿਸੇ ਦੇ ਨਾਲ ਬੈਠਾ, ਮੈਂ ਆਪਣੇ ਭਰਾ ਨਾਲ ਬੈਠਾ, ਮੈਂ ਆਪਣੇ ਦੋਸਤ ਨਾਲ ਬੈਠਾ, ਕਿਸੇ ਰਿਸ਼ਤੇਦਾਰ ਨਾਲ ਬੈਠਾ, ਜਿਹੜੀ ਮੈਨੂੰ ਚਿੰਤਾ ਹੈ, ਮੈਂ ਆਪਣੇ ਮਨ 'ਚ ਸੋਚਦਾ ਕਿ ਇਹਨੂੰ ਕੌਸ਼ਨ ਕਰਨ ਵਾਸਤੇ, ਇਸ ਨੂੰ ਸਤਰਕ ਕਰਨ ਵਾਸਤੇ ਮੈਂ ਇਸ ਨੂੰ ਫਲਾਣੇ ਬੰਦੇ ਬਾਰੇ ਦੱਸਾਂ, ਰਾਈਟ। ਔਰ ਮੈਂ ਉਹ ਜਿਹੜੀ ਇਨਫੋਰਮੇਸ਼ਨ ਹੈ ਉਸ ਬਾਰੇ ਟਰੂ ਹੈ ਜਾਂ ਫਾਲਸ ਹੈ, ਮੈਂ ਉਸ ਬਾਰੇ ਸ਼ੇਅਰ ਕਰਦਾ ਹਾਂ। ਇਹ ਚੀਜ਼ ਜਿਹੜੀ ਹੈ ਅਕੋਰਡਿੰਗ ਟੂ ਡਿਫਰੈਂਟ ਰਿਲੀਜੀਅਸ ਟੈਕਸਟ ਜਿਹੜੇ ਮੈਂ ਦੇਖੇ ਨੇ, ਭਾਵੇਂ ਉਹ ਬਾਈਬਲ ਹੈ ਜਾਂ ਗੁਰੂ ਗ੍ਰੰਥ ਸਾਹਿਬ ਹੈ, ਇਹ ਗੌਸਿਪ ਹੈ। ਭਾਵੇਂ ਮੈਂ ਜੋ ਗੱਲ ਕਰ ਰਿਹਾ ਉਹ ਸੱਚੀ ਕਿਉਂ ਨਹੀਂ ਹੈ, ਅਗਰ ਉਹ ਕਿਸੇ ਦੀ ਰੈਪੂਟੇਸ਼ਨ ਨੂੰ ਡੈਮੇਜ ਕਰ ਰਹੀ ਹੈ, ਤੇ ਜੋ ਇਨਫੋਰਮੇਸ਼ਨ ਮੈਂ ਡਿਫਰੈਂਟ ਥਾਵਾਂ ਤੋਂ, ਡਿਫਰੈਂਟ ਸ਼ਬਦਾਂ ਦੇ ਵਿੱਚੋਂ, ਬਾਈਬਲ ਦੇ ਵਿੱਚੋਂ ਦੇਖੀ, ਉਸ ਮੁਤਾਬਿਕ ਜੋ ਮੇਰੀ ਸਮਝ ਮੈਨੂੰ ਦੱਸ ਸਕੀ ਉਹ ਇਹੀ ਹੈ ਕਿ ਵੀ ਉਹ ਇੱਕ ਗੌਸਿਪ ਹੈ, ਉਹ ਇੱਕ ਸਲੈਂਡਰ ਹੈ। ਪਰ ਇਹ ਹੈ ਕਿ I would definitely look forward to hearing everybody's opinion on this, ਕਿਉਂਕਿ ਇੱਕ ਬੜਾ ਮੈਨੂੰ ਇੰਟਰਸਟਿੰਗ ਟੌਪਿਕ ਲੱਗਾ ਕਿ ਕਿਸੇ ਦੀ ਅਸੀਂ ਕਿਸੇ ਕੋਈ ਬੰਦਾ ਜਿਹੜਾ ਹੈ ਕੋਈ ਗਲਤ ਕੰਮ ਕਰ ਰਿਹਾ ਹੈ, ਕੋਈ ਨੁਕਸਾਨਦੇਹ ਹੈ, ਅਸੀਂ ਉਸ ਤੋਂ ਲੋਕਾਂ ਨੂੰ ਅਗਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੌਸ਼ਨ ਕਰ ਰਹੇ ਹਾਂ। Is that really gossip? Is that really slander? ਜੋ ਮੈਂ ਇਨਫੋਰਮੇਸ਼ਨ ਸਪਰੈਡ ਕਰ ਰਹੇ ਹਾਂ, ਸ਼ੇਅਰ ਕਰ ਰਹੇ ਹਾਂ, ਉਹ ਟਰੂ ਹੈ, ਮੈਨੂੰ ਪਤਾ ਹੈ 100% ਟਰੂ ਹੈ। Is it still slander or is it still gossip? I think we need to discuss that more. ਤੇ ਸੋ ਇਸੇ ਦੇ ਵਿੱਚ ਹੁਣ ਆਪਾਂ ਅੱਗੇ ਇਸ ਨੂੰ ਲੈ ਕੇ ਚੱਲੀਏ। ਆਪਾਂ ਇਹ ਤੇ ਸਮਝ ਲਿਆ ਵੀ ਸਲੈਂਡਰ ਕੀ ਹੈ, ਗੌਸਿਪ ਕੀ ਹੈ। ਹੁਣ ਆਪਾਂ ਇਸ ਬਾਰੇ ਦੇਖੀਏ ਕਿ ਗੁਰਬਾਣੀ ਜਿਹੜੀ ਹੈ ਉਹ ਇਸ ਚੀਜ਼ ਬਾਰੇ ਕੀ ਕਹਿੰਦੀ ਹੈ। ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 18ਵੀਂ ਪੌੜੀ ਦੇ ਵਿੱਚ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਅਸੰਖ ਦੀ ਜਿਹੜੀ ਦੂਸਰੀ ਪੌੜੀ ਹੈ, ਗੁਰੂ ਸਾਹਿਬ ਕਹਿੰਦੇ ਨੇ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ। ਕਰੋੜਾਂ ਲੋਕੀ ਜਿਹੜੇ ਨੇ ਉਹ ਗਲਤ ਕੰਮ ਜਿਹੜੇ ਨੇ ਉਹ ਕਰ ਰਹੇ ਨੇ। ਅਸੰਖ ਅਮਰ ਕਰ ਜਾਏ ਚੋਰ, ਅਸੰਖ ਗਾਲਵਟ ਹੱਤਿਆ ਕਮਾਈ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਭਾਗ ਖਾਏ। ਹਰ ਰੋਜ਼ ਕਰੋੜਾਂ ਲੋਕੀ ਜਿਹੜੇ ਨੇ ਉਹ ਗਲਤ ਕੰਮ ਕਰ ਰਹੇ ਨੇ, ਕਿਸੇ ਨੂੰ ਮਾਰ ਰਹੇ ਨੇ, ਪਾਪ ਕਰ ਰਹੇ ਨੇ, ਫਿਲਥ ਜਿਹੜੀ ਹੈ, ਮਲੇਸ਼, ਉਹ ਖਾ ਰਹੇ ਨੇ। ਅਸੰਖ ਨਿੰਦਕ ਸਿਰ ਕਰੇ ਪਾਰ। ਗੁਰੂ ਸਾਹਿਬ ਕਹਿੰਦੇ ਵੀ ਜਿਸ ਵੇਲੇ ਕੋਈ ਇਨਸਾਨ ਜਿਹੜਾ ਹੈ ਉਹ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਹੈ, ਤੇ ਉਹ ਨਿੰਦਾ ਚੁਗਲੀ ਜਿਹੜੀ ਹੈ ਉਸ ਨੂੰ ਗੁਰੂ ਸਾਹਿਬ ਇੱਕ ਭਾਰ ਕਹਿ ਰਹੇ ਨੇ, ਜਿਹੜੀ ਕਿ ਉਹ ਇਨਸਾਨ ਸਾਰੀ ਉਮਰ ਆਪਣੇ ਸਿਰ ਤੇ ਕੈਰੀ ਕਰਦਾ ਹੈ। ਸਿਰਫ ਇਸ ਜਨਮ 'ਚ ਨਹੀਂ, ਕਈ ਜਨਮਾਂ ਦੇ ਵਿੱਚ ਉਹ ਕੀਤੀ ਹੋਈ ਨਿੰਦਾ ਜਿਹੜੀ ਹੈ ਉਹ ਇੱਕ ਭਾਰ ਦੇ ਟੋਕਰੇ ਵਾਂਗ ਹੈ, ਜੋ ਇਨਸਾਨ ਆਪਣੇ ਸਿਰ ਦੇ ਉੱਤੇ ਲੈ ਕੇ ਫਿਰਦਾ ਰਹਿੰਦਾ ਹੈ, ਜਦ ਤੱਕ ਕਿ ਉਸ ਨੂੰ ਤੁਸੀਂ ਕਹਿ ਲਓ ਵੀ ਮੁਕਤੀ ਨਹੀਂ ਮਿਲਦੀ, ਜਾਂ ਉਹ ਇੱਕ ਪਰਮਾਤਮਾ ਦੇ ਨਾਲ ਇੱਕ ਜੋਤ ਨਹੀਂ ਹੋ ਜਾਂਦਾ। ਠੀਕ ਹੈ। ਔਰ ਕਰੋੜਾਂ ਐਸੇ ਲੋਕੀ ਨੇ ਜੋ ਇਹ ਮਿਸਟੇਕ ਜਿਹੜੀ ਹੈ, ਜੋ ਇਹ ਗਲਤੀ ਜਿਹੜੀ ਹੈ ਉਹ ਕਰ ਰਹੇ ਨੇ। ਕੀ ਗਲਤੀ? ਕਿ ਕਿਸੇ ਨੂੰ ਸਲੈਂਡਰ ਕਰਨਾ। ਉਹ ਸਲੈਂਡਰ ਕਰਨਾ ਇੱਕ ਗਲਤੀ ਹੈ ਜਿਸ ਨੂੰ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਇਨਸਾਨ ਆਪਣੇ ਸਿਰ ਦੇ ਉੱਤੇ ਇੱਕ ਭਾਰ ਦੇ ਟੋਕਰੇ ਵਾਂਗ ਲੈ ਕੇ ਫਿਰਦਾ ਰਹਿੰਦਾ ਹੈ। ਹੁਣ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਕਿ ਵੀ ਸਲੈਂਡਰ ਜਿਹੜਾ ਹੈ ਉਹ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਕਰੈਕਟ ਹੈ ਜਾਂ ਨਹੀਂ ਹੈ ਇਨਫੋਰਮੇਸ਼ਨ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਮੂੰਹ ਕਾਲਾ ਹੁੰਦਾ ਹੈ ਉਹਨਾਂ ਲੋਕਾਂ ਦਾ ਜਿਹੜੇ ਨਿੰਦਾ ਕਰਦੇ ਨੇ, ਔਰ ਘੋਰ ਨਰਕ ਦੇ ਵਿੱਚ ਉਹ ਪਏ ਰਹਿੰਦੇ ਨੇ। ਲੇਕਿਨ ਪਹਿਲੀ ਲਾਈਨ ਦੇ ਵਿੱਚ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਕੀਤੀ ਹੋਈ ਨਿੰਦਾ ਜਿਹੜੀ ਹੈ ਉਹ ਚੰਗੀ ਕਿਸੇ ਵਾਸਤੇ ਵੀ ਨਹੀਂ ਹੈ। ਅਗਰ ਆਪਾਂ ਦੇਖੀਏ ਤੇ ਜਿਸ ਦੀ ਮੈਂ ਕਿਸੇ ਦੀ ਅਗਰ ਬੁਰਾਈ ਅੱਜ ਕਰ ਰਿਹਾ ਤੇ ਮੈਂ ਉਸ ਬੰਦੇ ਨੂੰ ਮਾੜਾ ਕਹਿ ਰਿਹਾ, ਉਸ ਦੀ ਮੈਂ ਡਿਸਰਿਸਪੈਕਟ ਕਰ ਰਿਹਾ, ਉਹਦੀ ਰੈਪੂਟੇਸ਼ਨ ਨੂੰ ਡੈਮੇਜ ਕਰ ਰਿਹਾ, ਉਸ ਨੂੰ ਨੁਕਸਾਨ ਪਹੁੰਚਾ ਰਿਹਾ।
ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਉਹਦੇ ਵਾਸਤੇ ਵੀ ਭਲੀ ਨਹੀਂ ਹੈ ਤੇ ਤੇਰੇ ਵਾਸਤੇ ਵੀ ਭਲੀ ਨਹੀਂ ਹੈ। ਜਿਹੜਾ ਜਿਹੜਾ ਮੈਂ ਬੋਲ ਰਿਹਾ, ਜਿਹੜਾ ਮੈਂ ਉਸ ਨੂੰ ਮਾੜਾ ਕਹਿ ਰਿਹਾ, ਨਾ ਉਹ ਮੇਰੇ ਲਈ ਚੰਗੀ ਹੈ, ਮਤਲਬ ਨਾ ਉਹ ਮੇਰੀ ਕੀਤੀ ਹੋਈ ਚੰਗੀ ਹੈ, ਤੇ ਨਾ ਹੀ ਜਿਹਨੂੰ ਮੈਂ ਡੈਮੇਜ ਕਰ ਰਿਹਾ ਉਹਦੇ ਲਈ ਚੰਗੀ ਹੈ। ਲੇਕਿਨ ਜਿਹੜਾ ਕਰ ਰਿਹਾ ਹੈ ਨਿੰਦਕਾ, ਮੂੰਹ ਕਾਲੇ ਤਿੰਨ ਨਿੰਦਕਾ, ਜਿਹੜਾ ਨਿੰਦਕ ਉਹ ਨਿੰਦਾ ਕਰ ਰਿਹਾ ਹੈ, ਉਹਦਾ ਗੁਰੂ ਸਾਹਿਬ ਕਹਿੰਦੇ ਕਿ ਮੂੰਹ ਕਾਲਾ ਹੈ ਹੋਏਗਾ ਔਰ ਉਹ ਨਰਕਾਂ ਦੇ ਵਿੱਚ ਜਾਏਗਾ। ਸੋ ਇਹ ਇੱਥੋਂ ਇੱਕ ਸਾਨੂੰ ਟ੍ਰੇਨ ਆਫ ਥਾਟ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਕਿ ਵੀ ਜਿਸ ਦੇ ਵਿੱਚ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਨਿੰਦਾ ਡੈਫੀਨਿਟਲੀ ਮਾੜੀ ਹੈ, ਪਰ ਨਾ ਤਾਂ ਨਿੰਦਾ ਕੀਤਿਆਂ ਨਿੰਦਕ ਨੂੰ ਕੋਈ ਫਾਇਦਾ ਤੇ ਨਾ ਹੀ ਡੈਫੀਨਿਟਲੀ ਜਿਹਦੀ ਨਿੰਦਾ ਹੋ ਰਹੀ ਉਹਨੂੰ ਕੋਈ ਫਾਇਦਾ, ਰਾਈਟ? ਔਰ ਨੁਕਸਾਨ ਤੇ ਹੈ ਹੀ ਹੈ। ਔਰ ਇਸੇ ਤਰ੍ਹਾਂ ਗੁਰੂ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ, ਬਾਣੀ ਦੇ ਵਿੱਚ ਅਸੀਂ ਰੋਜ਼ ਇਹ ਸ਼ਬਦ ਜਿਹੜਾ ਹੈ ਪੜ੍ਹਦੇ ਹਾਂ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ, ਕਿ ਵੀ ਜਿਹੜਾ ਬੰਦਾ ਨਿੰਦਾ ਕਰ ਰਿਹਾ ਹੈ ਉਸ ਦਾ ਅਗਰ ਅਸੀਂ ਦੇਖਣ ਦੀ ਕੋਸ਼ਿਸ਼ ਕਰੀਏ ਵੀ ਉਹਦਾ ਕੀ ਨੁਕਸਾਨ ਹੋ ਰਿਹਾ। ਗੁਰੂ ਅਮਰਦਾਸ ਜੀ ਨੇ ਜਿਸ ਤਰ੍ਹਾਂ ਇਹ ਗੱਲ ਕਹੀ ਕਿ ਉਸ ਦਾ ਮੂੰਹ ਕਾਲਾ ਹੁੰਦਾ ਹੈ ਔਰ ਉਹ ਨਰਕ ਦੇ ਵਿੱਚ, ਘੋਰ ਨਰਕ ਦੇ ਵਿੱਚ ਪਿਆ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਪ੍ਰਮਾਤਮਾ ਜਿਹੜਾ ਹੈ ਉਹ ਸਾਕਤ ਔਰ ਨਿੰਦਕ ਔਰ ਦੁਸ਼ਟ, ਇਹਨਾਂ ਸਾਰਿਆਂ ਤੋਂ ਸਾਨੂੰ ਹਮੇਸ਼ਾ ਬਚਾ ਕੇ ਰੱਖਦਾ ਹੈ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਅਨ, ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਉਸ ਪ੍ਰਮਾਤਮਾ ਨੂੰ ਅਗਰ ਅਸੀਂ ਆਪਣੇ ਮਨ ਦੇ ਵਿੱਚ ਹਮੇਸ਼ਾ ਵਸਾ ਕੇ ਰੱਖੀਏ, ਉਸ ਨੂੰ ਯਾਦ ਰੱਖੀਏ, ਖੁਦ ਗਲਤੀ ਨਾ ਕਰੀਏ, ਤੇ ਫਿਰ ਜਿਹੜਾ ਸਾਡੀ ਨਿੰਦਾ ਕਰ ਰਿਹਾ ਹੈ ਉਸ ਤੋਂ, ਜਾਂ ਸਾਡੇ ਨਾਲ ਕੋਈ ਦੁਸ਼ਟੀ ਕਰ ਰਿਹਾ ਹੈ, ਕੋਈ ਮਾੜਾ ਕੰਮ ਕਰ ਰਿਹਾ ਹੈ, ਪਰਮਾਤਮਾ ਉਸ ਤੋਂ ਆਪਣੇ ਸੇਵਕਾਂ ਨੂੰ ਹਮੇਸ਼ਾ ਬਚਾ ਕੇ ਰੱਖਦਾ ਹੈ। ਸੋ ਵੀ ਡੋਂਟ ਰੀਅਲੀ ਨੈਸੈਸਰੀਲੀ ਨੀਡ ਟੂ ਵਰੀ ਅਬਾਊਟ ਇਟ ਅਗਰ ਕੋਈ ਸਾਨੂੰ ਸਲੈਂਡਰ ਕਰ ਰਿਹਾ ਹੈ। ਪਰ ਸਲੈਂਡਰ ਜਿਹੜਾ ਹੈ ਜਾਂ ਗੌਸਿਪ ਜਿਹੜਾ ਹੈ, ਇੰਟਰਚੇਂਜੇਬਲੀ ਮੈਂ ਇਸ ਚੀਜ਼ ਨੂੰ ਯੂਜ਼ ਕਰ ਰਿਹਾ ਬਿਕੋਜ਼ ਕਿਤੇ ਨਾ ਕਿਤੇ there is a huge overlap, one leads to the other। ਭਗਤ ਰਵਿਦਾਸ ਜੀ ਜਿਹੜੇ ਨੇ ਉਹ ਇਸ ਬਾਰੇ ਕਹਿੰਦੇ ਨੇ ਕਿ ਕੋਈ ਬੰਦਾ ਜਿਹੜਾ ਹੈ ਅਗਰ ਉਹ 68 ਤੀਰਥ ਵੀ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ, ਔਰ ਜਿਹੜੇ ਜਿਸ ਤਰ੍ਹਾਂ ਬੁੱਤ ਪੂਜਦੇ ਨੇ ਸਿਲਾ ਬਣਾ ਕੇ, ਵੀ ਉਹ ਹਰ ਕਿਸਮ ਦੀ ਮੂਰਤੀ ਪੂਜਾ ਔਰ ਹੋਰ ਸਿਲਾ ਬਣਾ ਕੇ ਪੂਜਾ ਕਰਦਾ ਹੈ, ਔਰ ਉਹ ਹੋਰ ਕਈ ਕਿਸਮ ਦੇ ਜਿਹੜੇ ਹੈਗੇ ਨੇ ਤੱਟ ਤੀਰਥ ਨੇ ਜਾਂ ਕੋਈ ਦਰਿਆ ਨੇ, ਨਦੀਆਂ ਨੇ, ਉੱਥੇ ਜਾ ਕੇ ਤੇ ਉਹ ਤਪੱਸਿਆ ਵੀ ਕਰਦਾ ਹੈ। ਲੇਕਿਨ ਜਿਸ ਵੇਲੇ ਉਹ ਕਿਸੇ ਦੀ ਨਿੰਦਾ ਕਰਦਾ ਹੈ ਤੇ ਉਹਦੀ ਇਹ ਕੀਤੀ ਪੂਜਾ, ਤੀਰਥਾਂ ਦੇ ਉੱਤੇ ਕੀਤੇ ਇਸ਼ਨਾਨ ਸਭ ਯੂਜ਼ਲੈਸ ਹੋ ਜਾਂਦੇ ਨੇ, ਬਿਰਥੇ ਚਲੇ ਜਾਂਦੇ ਨੇ। ਜੇ ਕੋਈ ਗ੍ਰਹਿਣ ਲੱਗੇ ਦੇ ਉੱਤੇ ਉਹ ਕੁਰਕਸ਼ੇਤਰ ਜਾ ਕੇ ਜਾਂ ਹੋਰ ਜਿੱਥੇ ਵੀ ਕਿਤੇ ਜਿਹੜੇ ਰਿਲੀਜੀਅਸ ਰਿਵਰਸ ਵਗੈਰਾ ਹੈਗੇ ਨੇ ਜਿਨ੍ਹਾਂ ਦਾ ਸਿਗਨੀਫੀਕੈਂਸ ਹੈਗਾ, ਗ੍ਰਹਿਣ ਲੱਗੇ ਤੇ ਉਹਨਾਂ ਜਾ ਕੇ ਪਾਣੀਆਂ ਦੇ ਵਿੱਚ ਉਹ ਖੜਿਆ ਹੋ ਜਾਂਦਾ ਹੈ ਜਾਂ ਹੋਰ ਕਈ ਕਿਸਮ ਦੇ ਉਹ ਚੀਜ਼ਾਂ ਕਰਦਾ ਹੈ। ਤਦ ਵੀ ਉਹ ਕਹਿੰਦੇ ਨੇ ਕਿ ਵੀ ਅਗਰ ਉਹ ਕਿਸੇ ਦੀ ਨਿੰਦਾ ਕਰੇ ਤੇ ਉਸ ਦੇ ਜਿਹੜੇ ਇਹ ਗੁਣ ਨੇ ਜੋ ਉਸਨੇ ਇਕੱਠੇ ਕੀਤੇ ਨੇ ਇੰਨੀ ਪੈਨੈਂਸ ਦੇ ਨਾਲ, ਉਹ ਸਾਰੇ ਗੁਣ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਹਰ ਕਿਸਮ ਦੇ ਉਹ ਕੋਈ ਦਾਨ ਦਿੰਦਾ ਹੈ, ਪ੍ਰਸ਼ਾਦ ਕਰਾਉਂਦਾ ਹੈ, ਸ਼ੋਭਾ ਮੰਡਲ ਜਿਹੜੇ ਨੇ ਉਹ ਬਣਾ ਕੇ ਬਿਲਡਿੰਗਾਂ ਬਣਾਉਂਦਾ ਹੈ, ਕੋਈ ਡੋਨੇਸ਼ਨਾਂ ਦਿੰਦਾ ਹੈ ਮੰਦਿਰ ਬਣਾਉਣ ਵਾਸਤੇ, ਗੁਰਦੁਆਰੇ ਬਣਾਉਣ ਵਾਸਤੇ। ਲੇਕਿਨ ਜਿਸ ਵੇਲੇ ਉਹ ਕਿਸੇ ਦੀ ਨਿੰਦਾ ਕਰਦਾ ਹੈ ਤੇ ਫਿਰ ਭਗਤ ਜੀ ਕਹਿੰਦੇ ਨੇ ਕਿ ਉਹ ਬਹੁਤ ਜੋਨੀ ਦੇ ਵਿੱਚ ਪੈ ਜਾਂਦਾ ਹੈ, ਬਹੁਤ ਜੋਨੀਆਂ ਦੇ ਵਿੱਚ ਉਹ ਫਸਿਆ ਰਹਿੰਦਾ ਹੈ। ਉਹਨੂੰ ਉਹ ਜੋਨਾਂ ਜਿਹੜੀਆਂ ਨੇ ਉਸ ਨੂੰ ਹੰਡਾਣੀਆਂ ਪੈਂਦੀਆਂ ਨੇ, ਉਹ ਉਹਨਾਂ ਤੋਂ ਨਿਕਲ ਨਹੀਂ ਸਕਦਾ। ਔਰ ਉਹ ਕਹਿੰਦੇ ਨੇ ਕਿ ਨਿੰਦਾ ਕਹਾ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾੜ। ਨਿੰਦਕ ਸੋਚ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਜਿਹੜਾ ਨਿੰਦਾ ਇੱਕ ਹੈ ਉਸਨੇ ਤੇ ਉਹਨਾਂ ਨੇ, ਭਗਤ ਜੀ ਨੇ ਤੇ ਉਸ ਨੂੰ ਨਿੰਦਾ ਨੂੰ ਇੱਕ ਪਾਪ ਕਿਹਾ ਹੈ। ਪਰ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਜਿਹੜਾ ਪਾਪ ਕਰਨ ਵਾਲਾ ਹੈ, ਉਸ ਨਿੰਦਕ ਦਾ, ਉਸ ਪਾਪੀ ਦਾ ਜਿਹੜਾ ਕੀਤਾ ਹੋਇਆ ਕੰਮ ਹੈ
ਉਹ ਬਹੁਤ ਦੇਰ ਤੱਕ ਲੁਕਿਆ ਨਹੀਂ ਰਹਿੰਦਾ। ਉਹ ਨਿੰਦਕ ਦਾ ਕੀਤਾ ਕੰਮ ਜਿਹੜਾ ਹੈ ਸੰਸਾਰ ਦੇ ਸਾਹਮਣੇ ਸੂਨਰ ਔਰ ਲੇਟਰ ਪ੍ਰਗਟ ਹੋ ਜਾਂਦਾ ਹੈ, ਇੱਕ ਪਹਾੜ ਦੀ ਤਰ੍ਹਾਂ। ਔਰ ਇਸੇ ਕੰਟੈਕਸਟ ਦੇ ਵਿੱਚ ਕਈ ਗ੍ਰੰਥ ਜਿਹੜੇ ਨੇ ਉਹਨਾਂ ਦੇ ਵਿੱਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਅਗਰ ਨਿੰਦਾ ਚੁਗਲੀ ਕਰਨੀ ਮਾੜੀ ਹੈ, ਤੇ ਨਾਲ ਹੀ ਇਹ ਜ਼ਿਕਰ ਆਉਂਦਾ ਹੈ ਕਿ ਕੋਈ ਅਗਰ ਜਿਹੜਾ ਸੰਤ ਹੈ, ਕੋਈ ਅਗਰ ਚੰਗਾ ਬੰਦਾ ਹੈ, ਤੇ ਉਸ ਦੀ ਵੀ ਨਿੰਦਾ ਕਰਨੀ ਜਿਹੜੀ ਹੈ ਉਹ ਮਾੜੀ ਹੈ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਬਾਰ-ਬਾਰ ਇਸ ਦਾ ਜ਼ਿਕਰ ਕਰਦੇ ਨੇ, संत सरन जो जन परे सो जन उदरनहार, संत की निंदा नानका बहुर बहुर अवतार। भी जे कोई किसी की बुराई करता है, उसनों सलैंडर करता है, तो उसनों बार बार जोनियां दे विचों फस जाता है, उसनों बार बार जन्म लेना पैंदा है, जिद्दां हुणे भगत रविदास जी ने भी जिक्र किया है। और हुण इस दे विच एक बड़ी इंपॉर्टेंट गल ये है कि आपां देख रहे हैं एक ट्रेंड कि भी असी ये कह रहे हैं कि सिलेंडर करना जड़ा है वो माड़ा है, सिलेंडर नहीं करना चाहिए। जड़ा सिलेंडर कर रहा है और शायद जो सिलेंडर हो रहा है, जिसकी असी निंदा कर रहे हैं, उस नालों ज्यादा नुकसान निंदा करने वाले का हो रहा है। पर इत्थे एक बड़ी इंटरेस्टिंग चीज़ है कि गुरु साहब जड़े ने, गुरु गोबिंद सिंह जी महाराज जो ये कहते हैं कि परमात्मा जड़ा है उसनों इन्हां गल्लां दा कोई फर्क नहीं पैंदा, ਉਹਦੇ ਵਾਸਤੇ ਇਹ ਚੀਜ਼ਾਂ ਇਮਟੀਰੀਅਲ ਨੇ। अगर कोई परमात्मा की निंदा करता है या उसकी कोई उस्तत करता है, for him it is immaterial, for him it is, for the creator it is life as usual। निंद उस्तत जौन के सम सत्र मित्र ना कोई। और ये जिक्र जड़ा है ये पापा ने भी अपनी प्रेजेंटेशन दे विच इस बारे जिक्र किया सीगा। हुण एक तां असीं गल कर रहे हैं कि एक बंदा निंदा कर रहा है, पर गुरु साहब इसनूं होर अगे लैके जा रहे हैं। वो ये कह रहे हैं, गुरबाणी सानूं होर इस बारे कह रही है कि सिर्फ निंदा करनी माड़ी नहीं है, निंदा सुननी भी माड़ी है। सुखमनी साहब दे विच गुरु अर्जन देव जी महाराज कह रहे हैं, बार बार कह रहे हैं, मिथ्या श्रवण पर निंदा सुने। फिर अगे वो कहते हैं, करन न सुने काहू की निंदा, सब ते जाने आपस को मंदा। अपने आप नू नीचा मन, अपने आप नू ह्यूमिलिटी विच रहे, और उस ह्यूमिलिटी का एक बड़ा इंपॉर्टेंट इंटैग्रल कंपोनेंट है कि तेरे कान जड़े ने उन्होंने किसी दी निंदा सुननी नहीं है। और उसनू वो मिथ्या कह रहे हैं, उसनू वो माड़ा कह रहे हैं। सो गुरबाणी जड़ी है, आपां इत्थों इस गल का अंदाजा लगा सकते हैं कि भी एक इन्ना इंपॉर्टेंट टॉपिक क्यों है निंदिया जड़ी है, गॉसिप जड़ी है, कि गुरु साहब ने इसनू अपने 52 हुक्मां दे विच दर्ज किया है कि ये एक कोड ऑफ कंडक्ट है सिख वास्ते। इन्ना इंपॉर्टेंट है कि गुरबाणी की सेध लैके असी जिस वेले देखते हैं तो सानू इस पता लगता है कि गुरु साहब ये कह रहे हैं कि सिर्फ निंदा करनी माड़ी नहीं है, किसी की निंदा सुननी भी जड़ी है माड़ी है। और जिस तरह मैं हुणे पहले भी जिक्र किया कि किसी दी, पापा ने भी पहले इस बार एक बारी प्रोफैसर भट्टी ने जिक्र किया सीगा कि स्लैंडर एंड प्रेज बोथ आर बैड। परमात्मा जड़ा है वो इन्हां गल्लां तो इंप्रैस नहीं हुंदा, बट किसी दी अननैसेसरी प्रेज करनी इक्वली बैड है कंपेयर टू कि किसी नूं तुसीं स्लैंडर करो। दोवां दी कोई लोड़ नहीं है। उस्तत निंदा दो त्यागे खोजे पद निर्वाणा, जन नानक एहो खेल कठन है किन्हू गुरमुख जाना। जेड़े बंदे इस खेड नूं समझ लैण कि भी उस्तत और निंदिया दोनों जड़े ने वो माड़े ने, गुरु तेग बहादुर साहब कहते हैं कि वो बंदे जड़े इस खेड नूं समझ लैण वो गुरमुख ने, जिन्हां नूं के परमात्मा दे नाल एक होण दा, परमात्मा नूं समझण दा जिंदगी दे विच मौका मिलता है। हुण एक होर अगे गल आ जाती है, जिस तरह आपां हुणे पहले भी ये गल कीती कि भी
ਉਸਤਤ ਔਰ ਨਿੰਦਾ ਜਿਹੜੀ ਹੈ ਉਹ ਦੋਵੇਂ ਮਾੜੀਆਂ ਨੇ, ਰਾਈਟ। ਔਰ ਇਸੇ ਦੇ ਕੰਟੈਕਸਟ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਹਿੰਦੇ ਨੇ, ਸਾਧੋ ਰਾਮ ਸਰਮ ਬਿਸਰਾਮਾ, ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ। ਵੀ ਤੁਸੀਂ ਵੇਦ ਪੜ੍ਹਦੇ ਹੋ, ਪੁਰਾਣ ਪੜ੍ਹਦੇ ਹੋ, ਉਸ ਪ੍ਰਮਾਤਮਾ ਦਾ ਨਾਮ ਲੈਂਦੇ ਹੋ, ਉਸ ਦੀ ਸ਼ਰਨ ਦੇ ਵਿੱਚ ਜਾਂਦੇ ਹੋ, ਲੇਕਿਨ ਲੋਭ ਮੋਹ ਮਾਇਆ ਮਮਤਾ, ਫੁਨ ਆਓ ਬਿਖਿਆਣ ਕੀ ਸੇਵਾ, ਹਰਖ ਸੋਗ ਪਰਸੇ ਜੇ ਨਾਹਿਨ, ਸੋ ਮੂਰਤ ਹੈ ਦੇਵਾ। ਜਿਹੜਾ ਬੰਦਾ ਜਿਸ ਤਰ੍ਹਾਂ ਲੋਭ ਮੋਹ ਮਾਇਆ ਔਰ ਮਮਤਾ ਜਿਹੜੀ ਹੈ ਉਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ, ਜਿਹੜਾ ਬੰਦਾ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਦਾ, ਉਹਨਾਂ ਵਾਈਸਿਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦਾ, ਮਾਇਆਵੀ ਚੀਜ਼ਾਂ ਤੋਂ ਬਚਾ ਕੇ ਰੱਖਦਾ, ਗੁਰੂ ਸਾਹਿਬ ਕਹਿੰਦੇ ਨੇ ਸੋ ਮੂਰਤ ਹੈ ਦੇਵਾ। ਉਹ ਉਸ ਪਰਮਾਤਮਾ ਦੀ ਇੱਕ ਐਮਬੋਡੀਮੈਂਟ ਹੈ। ਜਿਸ ਤਰ੍ਹਾਂ ਕਿ ਉਹ ਇਨਸਾਨ ਉਸ ਪਰਮਾਤਮਾ ਦੀ ਇੱਕ ਐਮਬੋਡੀਮੈਂਟ ਹੈ, ਉਸ ਪਰਮਾਤਮਾ ਵਾਂਗ ਹੈ ਜਾਂ ਪਰਮਾਤਮਾ ਦੇ ਨਾਲ ਇੱਕ ਹੈ, ਉਸੇ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਹੜਾ ਬੰਦਾ ਉਸਤਤ ਜਾਂ ਨਿੰਦਾ ਤੋਂ ਆਪਣੇ ਆਪ ਨੂੰ ਅਫੈਕਟ ਨਹੀਂ ਹੋਣ ਦਿੰਦਾ, ਉਹ ਵੀ ਉਸ ਪਰਮਾਤਮਾ ਦੀ ਇੱਕ ਰੂਪ ਬਣ ਜਾਂਦਾ ਹੈ। ਇੱਕ ਬੰਦਾ ਸਿਲੈਂਡਰ ਕਰ ਰਿਹਾ ਹੈ, ਇੱਕ ਬੰਦਾ ਸਿਲੈਂਡਰ ਹੋ ਰਿਹਾ ਹੈ। ਸਿਲੈਂਡਰ ਜਿਹੜਾ ਕਰ ਰਿਹਾ ਉਹ ਵੀ ਮਾੜੀ ਗੱਲ ਕਰ ਰਿਹਾ, ਪਰ ਜਿਹੜਾ ਸਿਲੈਂਡਰ ਹੋ ਰਿਹਾ ਹੈ, ਜਿਸ ਦੀ ਨਿੰਦਾ ਕੀਤੀ ਜਾ ਰਹੀ ਹੈ, ਉਹਦੇ ਮਨ ਤੇ ਉਸ ਗੱਲ ਦਾ ਬੁਰਾ ਅਸਰ ਪੈ ਰਿਹਾ ਹੈ। ਪਰ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਇਸ ਚੀਜ਼ ਤੋਂ ਉੱਪਰ ਚੁੱਕ ਲੈਂਦਾ ਹੈ, ਨਾ ਤੇ ਉਹ ਅਨਨੈਸੈਸਰੀਲੀ ਕਿਸੇ ਦੀ ਉਸਤਤ ਕਰਦਾ ਹੈ, ਕਿਸੇ ਦੀ ਅਨਨੈਸੈਸਰੀ ਪ੍ਰੇਜ਼ ਕਰਦਾ ਹੈ, ਉਸ ਦੀ ਖੁਸ਼ਾਮਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਨਾ ਹੀ ਉਹ ਆਪਣੀ ਕੀਤੀ ਹੋਈ ਨਿੰਦਾ ਤੋਂ ਅਫੈਕਟ ਹੁੰਦਾ ਹੈ ਅਗਰ ਉਸ ਨੂੰ ਕੋਈ ਮਾੜਾ ਕਹਿ ਰਿਹਾ। ਤੇ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਵੀ ਉਹ ਬੰਦਾ ਜਿਹੜਾ ਹੈ ਉਹ ਸਪਿਰਿਚੁਅਲੀ ਔਰ ਐਨਲਾਈਟਨਮੈਂਟ ਦੇ ਵਿੱਚ ਆਪਣੇ ਆਪ ਨੂੰ ਇੰਨਾ ਉੱਪਰ ਚੁੱਕ ਲੈਂਦਾ ਹੈ ਕਿ ਉਸ ਪਰਮਾਤਮਾ ਦੀ ਮੂਰਤ ਬਣ ਜਾਂਦਾ ਹੈ। ਹੁਣ ਗੁਰਬਾਣੀ ਦੇ ਵਿੱਚ ਸਾਨੂੰ ਕੁਝ ਐਸੀਆਂ ਇੰਟਰਸਟਿੰਗ ਉਦਾਹਰਨਾਂ ਮਿਲਦੀਆਂ ਨੇ, ਐਗਜ਼ਾਮਪਲਸ ਮਿਲਦੀਆਂ ਨੇ, ਜਿੱਥੇ ਕਿ ਇਹ ਵੀ ਕਿਹਾ ਗਿਆ ਹੈ ਕਿ ਨਿੰਦਾ ਜਿਹੜੀ ਉਹ ਤਾਂ ਬਹੁਤ ਚੰਗੀ ਚੀਜ਼ ਹੈ। ਆਪਾਂ ਹੈਰਾਨ ਹੋਵਾਂਗੇ ਇਹ ਗੱਲ ਸੁਣ ਕੇ, ਅਗਰ ਮੈਂ ਤੁਹਾਨੂੰ ਇਹ ਕਹਾਂ ਕਿ ਜੀ ਨਿੰਦਾ ਤਾਂ ਬਹੁਤ ਚੰਗੀ ਚੀਜ਼ ਹੈ, ਤੁਸੀਂ ਕਹੋਗੇ ਵੀ ਇਹ ਤਾਂ ਬੜੀ ਅਜੀਬ ਗੱਲ ਹੈ। ਪਰ ਗੁਰਬਾਣੀ ਸਾਨੂੰ ਇਸ ਗੱਲ ਦੀ ਸੇਧ ਦੇ ਰਹੀ ਹੈ। ਅਸੀਂ ਭਗਤ ਕਬੀਰ ਜੀ ਦਾ ਇਹ ਜਿਹੜਾ ਸ਼ਬਦ ਹੈ, ਇਸ ਨੂੰ ਅਸੀਂ ਅਕਸਰ ਪੜ੍ਹਦੇ ਹਾਂ, ਸੁਣਦੇ ਹਾਂ। ਗੁਰੂ ਘਰ ਦੇ ਜਿਹੜੇ ਕੀਰਤਨੀਏ ਨੇ, ਉਹਨਾਂ ਨੇ ਅਕਸਰ ਅਸੀਂ ਉਹਨਾਂ ਨੂੰ ਇਹ ਕੀਰਤਨ ਕਰਦੇ ਹਾਂ, ਸੁਣਦੇ ਹਾਂ, ਜਿਸ ਦੇ ਵਿੱਚ ਕਿ ਭਗਤ ਜੀ ਇਹ ਕਹਿੰਦੇ ਨੇ ਕਿ ਵੀ ਨਿੰਦਾ ਤਾਂ ਬਹੁਤ ਚੰਗੀ ਚੀਜ਼ ਹੈ। ਕਿਉਂ? ਭਗਤ ਜੀ ਕਹਿੰਦੇ ਨੇ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖੜੀ ਪਿਆਰੀ। ਮੈਨੂੰ ਤਾਂ ਨਿੰਦਾ ਬਹੁਤ ਚੰਗੀ ਲੱਗਦੀ, ਉਹ ਕਹਿੰਦੇ, ਲੋਕੀ ਮੈਨੂੰ ਨਿੰਦਦੇ ਨੇ ਪਰ ਮੈਨੂੰ ਬਹੁਤ ਅੱਛੀ ਲੱਗਦੀ ਹੈ। ਨਿੰਦਾ ਬਾਪ ਨਿੰਦਾ ਮੈਂ ਤਾਰੀ। ਉਹ ਤੇ ਕਹਿੰਦੇ ਵੀ ਨਿੰਦਾ ਜਿਹੜੀ ਹੈ ਉਹ ਮੇਰਾ ਪਿਓ ਤੇ ਮਾਂ ਵੀ ਹੈ। ਕਿਉਂ? ਉਹ ਕਹਿੰਦੇ ਨਿੰਦਾ ਹੋਏ ਤੇ ਬੈਕੁੰਠ ਜਾਈਏ। ਜਿਸ ਵੇਲੇ ਮੇਰੀ ਕੋਈ ਨਿੰਦਾ ਕਰਦਾ ਹੈ, ਜਿਸ ਵੇਲੇ ਮੈਨੂੰ ਕੋਈ ਮਾੜਾ ਕਹਿੰਦਾ ਹੈ, ਤੇ ਉਹ ਮੇਰੀ ਇਸ ਕਿਸਮ ਦੇ ਨਾਲ ਮੇਰੇ ਜਿਹੜੇ ਕੀਤੇ ਮਾੜੇ ਕੰਮ ਨੇ, ਮੇਰੇ ਜਿਹੜੇ ਆਪਣੇ ਕੀਤੇ ਹੋਏ ਪਾਪ ਨੇ, ਉਹਨਾਂ ਨੂੰ ਇਦਾਂ ਧੋਂਦਾ ਹੈ ਕਿ ਮੇਰਾ ਤੇ ਉਹ ਬੈਕੁੰਠ ਦਾ ਜਿਹੜਾ ਰਸਤਾ ਹੈ ਉਹ ਖੋਲ ਦਿੰਦਾ। ਦੇਖੋ, ਇੱਕ ਭਗਤ ਦੀ ਜੋ ਕਿ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ ਹੈ, ਉਸ ਦੀ ਤੁਸੀਂ ਇੱਕ ਸੋਚ ਦੀ ਲੈਵਲ ਦੇਖੋ ਕਿ ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਮੇਰੀ ਕੋਈ ਨਿੰਦਾ ਕਰਦਾ ਕਰੀ ਜਾਵੇ, ਮੈਨੂੰ ਤਾਂ ਬਹੁਤ ਚੰਗੀ ਲੱਗਦੀ ਹੈ, ਕਿਉਂਕਿ ਮੇਰੀ ਕੀਤੀ ਨਿੰਦਾ ਜਿਹੜੀ ਹੈ ਉਸ ਨੇ ਮੇਰੇ ਅੱਗੇ ਦੇ ਜਿਹੜੇ ਰਾਹ ਨੇ ਉਹ ਖੋਲ ਦੇਣੇ ਨੇ। ਇੱਕ ਸੋਚਣ ਦਾ ਤਰੀਕਾ ਹੈ ਕਿ ਵੀ ਕਿਸ ਤਰ੍ਹਾਂ ਇੱਕ ਜਿਹੜਾ ਭਗਤ ਹੈ ਉਸ ਪਰਮਾਤਮਾ ਦਾ, ਉਹ ਕਿਸ ਤਰ੍ਹਾਂ ਨੀਵਾਂ ਹੋ ਕੇ ਸੋਚ ਰਿਹਾ ਹੈ। ਉਹ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਨਿੰਦਕ ਸੋ ਜੋ ਨਿੰਦਾ ਹੋ ਰੇ, ਹਮਰਾ ਜੀਵਨ ਨਿੰਦਕ ਲੋੜੇ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰੇ ਕਰੇ ਉਦਾਰ। ਮੇਰਾ ਤੇ ਉਧਾਰ ਹੀ ਜੜਾ ਹੈ, ਉਹ ਮੇਰਾ ਪਿਆਰ ਹੈ, ਮੇਰਾ ਲਵ ਹੈ, ਔਰ ਉਹ ਨਿੰਦਾ ਜਿਹੜੀ ਹੈ ਉਸੇ ਨਾਲ ਹੀ ਮੇਰਾ ਉਧਾਰ ਹੋ ਰਿਹਾ। ਨਿੰਦਕ ਡੂਬਾ ਹਮ ਉਤਰੇ ਪਾਰ।
ਉਹ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਬਿਕੋਜ਼ ਮੈਨੂੰ ਪਤਾ ਹੈ ਕਿ ਜਿਹੜਾ ਬੰਦਾ ਮੇਰੀ ਨਿੰਦਾ ਕਰ ਰਿਹਾ ਹੈ ਉਹਨੇ ਡੁੱਬ ਜਾਣਾ, ਮੈਂ ਪਾਰ ਲੱਗ ਜਾਣਾ। ਸੋ ਇਹ ਇੱਕ ਬੜੀ ਇੰਟਰਸਟਿੰਗ ਥਾਟ ਪ੍ਰੋਸੈਸ ਹੈ, ਜਿੱਥੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਵੀ ਹਾਂ, ਨਿੰਦਾ ਜਿਹੜੀ ਹੈ ਉਹ ਮਾੜੀ ਹੈ। ਗੁਰੂ ਸਾਹਿਬ ਇਹ ਬਾਰ-ਬਾਰ ਸਾਨੂੰ ਕਹਿ ਰਹੇ ਨੇ ਕਿ ਵੀ ਨਿੰਦਕ ਜਿਹੜਾ ਹੈ ਉਹ ਇੱਕ ਭਾਰ ਆਪਣੇ ਸਿਰ ਦੇ ਉੱਤੇ ਟੋਕਰੇ ਦੇ ਵਿੱਚ ਚੁੱਕ ਕੇ ਸਾਰੀ ਜ਼ਿੰਦਗੀ ਤੁਰਿਆ ਫਿਰਦਾ ਹੈ। ਪਰ ਨਾਲ ਹੀ ਉਹ ਬਾਣੀ ਦੇ ਵਿੱਚ ਸਾਨੂੰ ਇਹ ਵੀ ਕਹਿ ਰਹੇ ਨੇ, ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਬਦ ਅਸੀਂ ਹੁਣੇ ਵਿਚਾਰੇ ਨੇ, ਕਿ ਵੀ ਨਿੰਦਾ ਔਰ ਉਸਤਤ ਜਿਹੜੀ ਹੈ ਉਸ ਤੋਂ ਇਨਸਾਨ ਨੂੰ ਆਪਣੇ ਆਪ ਨੂੰ ਉੱਪਰ ਚੁੱਕਣਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਆਪਾਂ ਇਸ ਸ਼ਬਦ ਦੇ ਵਿੱਚ ਦੇਖਿਆ, ਭਗਤ ਕਬੀਰ ਜੀ ਉਸ ਚੀਜ਼ ਨੂੰ, ਉਸ ਥਾਟ ਪ੍ਰੋਸੈਸ ਨੂੰ ਹੋਰ ਵੀ ਅੱਗੇ ਲੈ ਜਾਂਦੇ ਨੇ ਕਿ ਉਹ ਕਹਿੰਦੇ ਵੀ ਮੈਨੂੰ ਤਾਂ ਚੰਗਾ ਕਰੀ ਚਲੋ ਮੇਰੀ ਨਿੰਦਾ, ਮੈਨੂੰ ਕੀ ਫਰਕ ਪੈਂਦਾ। ਮੈਨੂੰ ਪਤਾ ਹੈ ਵੀ ਜਿਹੜੀ ਮੇਰੀ ਨਿੰਦਾ ਤੁਸੀਂ ਕਰੋਗੇ ਉਹਦੇ ਨਾਲ ਇਹ ਵੀ ਮੈਂ ਪਾਰ ਲੱਗ ਜਾਣਾ। ਮੇਰੀ ਤੁਸੀਂ ਨਿੰਦਾ ਕਰੋਗੇ ਤੇ ਬੈਕੁੰਠ ਦੇ ਜਿਹੜੇ ਦਰਵਾਜ਼ੇ ਨੇ ਉਹ ਮੇਰੇ ਵਾਸਤੇ ਖੁੱਲ ਜਾਣੇ ਨੇ। ਹੁਣ ਜਿਸ ਵੇਲੇ ਤੁਸੀਂ, ਮੈਂ ਇਸ ਟੌਪਿਕ ਦੇ ਉੱਤੇ ਮੈਂ ਵਿਚਾਰ ਕਰਨ ਬਾਰੇ ਦੇਖ ਰਿਹਾ ਸੀਗਾ, ਤੇ ਮੈਂ ਕਈ ਐਸੇ ਸ਼ਬਦ ਦੇਖੇ ਜਿਨ੍ਹਾਂ ਨੂੰ ਕਿ ਸੂਝਵਾਨ ਵਿਅਕਤੀ ਜਿਹੜੇ ਨੇ, ਕਥਾਵਾਚਕ ਨੇ, ਉਹਨਾਂ ਨੇ ਇਸ ਟੌਪਿਕ ਵਾਸਤੇ ਯੂਜ਼ ਕੀਤਾ ਹੈ। ਔਰ ਅਸੀਂ ਪਹਿਲੇ ਵੀ ਇਸ ਬਾਰੇ ਇੱਕ ਵਿਚਾਰ ਕੀਤਾ ਸੀਗਾ ਕਿ ਬਾਣੀ ਜਿਹੜੀ ਹੈ ਉਸ ਦਾ ਕਥਾ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ, ਪਰ ਕਿਸੇ ਸੂਝਵਾਨ ਵਿਅਕਤੀ ਤੋਂ ਉਸ ਨੂੰ ਸਿੱਖਣਾ ਸਮਝਣਾ ਜਿਹੜਾ ਜ਼ਰੂਰੀ ਹੈ। ਬਿਕੋਜ਼ ਅਗਰ ਅਸੀਂ ਬਾਣੀ ਜਿਹੜੀ ਹੈ ਉਸ ਨੂੰ ਪ੍ਰੋਪਰਲੀ ਨਾ ਦੇਖੀਏ ਤੇ ਅਸੀਂ ਕਈ ਵਾਰ ਉਸ ਦੀ ਮਿਸ ਇੰਟਰਪ੍ਰੀਟੇਸ਼ਨ ਵੀ ਕਰ ਲੈਂਦੇ ਹਾਂ। ਉਸੇ ਤਰ੍ਹਾਂ ਮੈਨੂੰ ਨਜ਼ਰ ਆਇਆ ਕਿ ਇੱਕ ਇਹ ਸ਼ਬਦ ਹੈ ਜਿਸ 'ਚ ਕਿ ਗੁਰੂ ਸਾਹਿਬ ਇਹ ਕਹਿ ਰਹੇ ਨੇ, ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁਖ, ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਵੀ ਅਸੀਂ ਹਰ ਵੇਲੇ ਸੁਖ ਮੰਗਦੇ ਹਾਂ, ਉਹ ਜਿਹੜਾ ਸੁਖ ਮੰਗਣਾ ਹੈ, ਉਹ ਸੁਖ ਮੰਗਣ ਦਾ ਕੋਈ ਫਾਇਦਾ ਨਹੀਂ ਹੈ, ਉਹ ਇੱਕ ਝਖਣਾ ਹੈ। ਜਿਹੜਾ ਈਵਨ ਬੋਲਣਾ ਵੀ ਹੈ ਨਾ ਕਿ ਵੀ ਮੈਨੂੰ ਸੁਖ ਮਿਲੇ, ਮੇਰੀ ਝੋਲੀ 'ਚ ਦੁੱਖ ਨਾ ਪੈਣ, ਦੁੱਖ ਮੇਰੇ ਦੂਰ ਹੋ ਜਾਣ, ਗੁਰੂ ਸਾਹਿਬ ਕਹਿ ਰਹੇ ਵੀ ਉਹ ਐਵੇਂ ਇੱਕ ਝਖਣਾ ਹੈ। ਕਿਉਂਕਿ ਸੁਖ ਦੁੱਖ ਜਿਹੜੇ ਨੇ ਉਹ ਦੋਨੋਂ ਕੱਪੜੇ ਵਾਂਗ ਨੇ, ਵੀ ਜਿਹੜਾ ਕਿਸੇ ਵੇਲੇ ਇਨਸਾਨ ਇੱਕ ਕੱਪੜਾ ਪਾ ਲੈਂਦਾ ਹੈ, ਕਿਸੇ ਵੇਲੇ ਉਹਨੂੰ ਲਾਹ ਕੇ ਦੂਜਾ ਪਾ ਲੈਂਦਾ। ਅੱਜ ਅਗਰ ਕਿਸੇ ਦੀ ਲਾਈਫ 'ਚ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਇਵੈਂਚੁਅਲੀ ਇਟ ਵਿਲ ਗੋ ਅਵੇ, ਉਸ ਦੀ ਲਾਈਫ ਦੇ ਵਿੱਚ ਸੁੱਖ ਆ ਜਾਏਗਾ। ਔਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਇਹ ਇੱਕ ਐਸੀ ਜ਼ਿੰਦਗੀ ਦੀ ਅਵਸਥਾ ਹੈ ਜਿੱਥੇ ਕਿ ਚੰਗਾ ਹੈ ਕਿ ਅਸੀਂ ਚੁੱਪ ਰਹੀਏ, ਕਿਉਂਕਿ ਇੱਥੇ ਸਾਡੇ ਬੋਲਣ ਨਾਲ, ਸੁਖ ਮੰਗਣ ਦੇ ਨਾਲ ਕੋਈ ਫਰਕ ਨਹੀਂ ਪੈਣਾ। ਇੱਕ ਲਾਈਫ ਦੀ ਪ੍ਰੋਸੈਸ ਹੈ ਜੋ ਪਰਮਾਤਮਾ ਨੇ ਸੈੱਟ ਕੀਤੀ ਹੋਈ ਹੈ। ਲੇਕਿਨ ਕਈ ਕਥਾਵਾਚਕ ਜਿਹੜੇ ਨੇ ਉਹਨਾਂ ਨੇ ਇਸ ਨੂੰ ਇਸ ਤਰ੍ਹਾਂ ਇੰਟਰਪ੍ਰੇਟ ਕੀਤਾ ਹੈ, ਉਹਨਾਂ ਨੇ ਜਿਹੜੀ ਅਖੀਰਲੀ ਲਾਈਨ ਹੈ, ਅਖੀਰਲੀ ਤੁਕ ਹੈ, ਉਸ ਨੂੰ ਚੁੱਕਿਆ ਔਰ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸੇ ਦੀ ਸਲੈਂਡਰ ਕਰਨ ਜਾਂ ਕਿਸੇ ਦੇ ਖਿਲਾਫ ਗੌਸਿਪਿੰਗ ਕਰਨੀ ਜਿਹੜੀ ਹੈ, ਉਸ ਨਾਲੋਂ ਚੰਗਾ ਹੈ ਕਿ ਅਸੀਂ ਚੁੱਪ ਰਹੀਏ। ਗੱਲ ਆਪਣੇ ਆਪ ਦੇ ਵਿੱਚ ਠੀਕ ਹੈ, ਪਰ ਜੋ ਉਹਨਾਂ ਨੇ ਉਦਾਹਰਣ ਲਿੱਤੀ ਹੈ ਉਹ ਗਲਤ ਹੈ। ਇਹ ਸ਼ਬਦ ਜਿਹੜਾ ਹੈ, ਇਸ ਸ਼ਬਦ ਦਾ ਜਿਹੜਾ ਮਤਲਬ ਹੈ, ਜੋ ਇਸ ਦਾ ਬੇਸਿਕ ਅੰਡਰਲਾਈਨ ਮੈਸੇਜ ਹੈ, ਉਹ ਬੜਾ ਡਿਫਰੈਂਟ ਹੈ। ਪਰ ਇਹ ਹੈ ਕਿ ਵੀ ਉਹਨਾਂ ਨੇ, ਕਈ ਕਥਾਵਾਚਕਾਂ ਨੇ ਇੰਟਰਨੈਟ ਤੇ YouTube ਦੇ ਉੱਤੇ ਇਸ ਨੂੰ ਇਸ ਕੰਟੈਕਸਟ ਵਿੱਚ ਲਿਖਿਆ ਹੈ ਕਿ ਵੀ ਗੌਸਿਪ ਕਰਨ ਨਾਲੋਂ, ਕਿਸੇ ਨੂੰ ਮਾੜਾ ਕਹਿਣ ਨਾਲੋਂ ਚੰਗਾ ਵੀ ਆਪਾਂ ਚੁੱਪ ਰਹੀਏ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਪਰ ਗੁਰੂ ਸਾਹਿਬ ਇਹ ਕਹਿ ਰਹੇ ਨੇ। ਸੋ ਇਹ ਮੈਂ ਤਾਂ ਸ਼ਬਦ ਸਭ ਨਾਲ ਸ਼ੇਅਰ ਕੀਤਾ ਹੈ ਕਿ ਮੈਨੂੰ ਲੱਗਾ ਕਿ ਇਹ ਚੀਜ਼ ਜਿਹੜੀ ਹੈ ਇਹ ਐਮਫਸਾਈਜ਼ ਕਰਨੀ ਜ਼ਰੂਰੀ ਹੈ ਕਿ ਬਾਣੀ ਜਿਸ ਵੇਲੇ ਅਸੀਂ ਪੜ੍ਹਦੇ ਹਾਂ ਤੇ ਉਸ ਨੂੰ ਧਿਆਨ ਨਾਲ ਪੜ੍ਹ ਕੇ ਉਸ ਦਾ ਜਿਹੜਾ ਕੇਂਦਰੀ ਭਾਵ ਹੈ ਸ਼ਬਦ ਦਾ, ਉਸ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਫਿਰ ਮੈਂ ਇਹ ਵੀ ਦੇਖਣ ਦੀ ਕੋਸ਼ਿਸ਼ ਕੀਤੀ ਕਿ ਹੋਰ ਜਿਹੜੇ ਧਰਮ ਨੇ ਉਹਨਾਂ ਦੇ ਵਿੱਚ ਸਲੈਂਡਰ ਬਾਰੇ, ਨਿੰਦਾ ਬਾਰੇ ਕੀ ਕਿਹਾ ਜਾਂਦਾ ਹੈ। ਬੜੀ ਐਕਸਟੈਂਸਿਵ ਚੀਜ਼ ਹੈ ਇਸ ਦੁਨੀਆ ਦੇ ਉੱਤੇ, ਜਿਹੜੀ ਗ੍ਰੰਥ ਨੇ ਉਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ। देयर इज नो एंड टू इट ਕਿ ਕਿੱਥੋਂ ਸ਼ੁਰੂ ਕਰੋ। ਬਟ ਬੇਸਿਕਲੀ ਇਸ ਚੀਜ਼ ਨੂੰ ਮਾੜਾ ਕਿਹਾ ਗਿਆ। ਕਈ ਪੁਰਾਣ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਬਾਰੇ ਜ਼ਿਕਰ ਆਉਂਦਾ ਹੈ, ਔਰ ਸਪੈਸੀਫਿਕਲੀ ਉਹ ਇਹ ਕਹਿੰਦੇ ਨੇ ਵੀ ਦੇਵਾ ਵੇਦਾ
ਬ੍ਰਾਹਮਣ ਜਿਹੜੇ ਨੇ, ਵਿਜਾਤੀ ਸਾਧੂ ਨੇ ਜਿਹੜੇ, ਜਾਂ ਕੋਈ ਜਗਾਵਾਂ ਨੇ, ਤੀਰਥ ਵਗੈਰਾ ਨੇ, ਜਾਂ ਕੋਈ ਮਹਾਤਮਾ ਨੇ, ਜਾਂ ਗੁਰੂ ਨੇ, ਕੋਈ ਯੱਗ ਕਰਨ ਵਾਲੇ ਨੇ, ਵੀ ਉਹਨਾਂ ਨੂੰ ਮਾੜਾ ਕਹਿਣਾ ਜਿਹੜਾ ਹੈ ਉਹ ਬਹੁਤ ਗਲਤ ਗੱਲ ਹੈ। ਔਰ ਉਹਨਾਂ ਨੇ ਤੇ ਇੱਥੇ ਤੱਕ ਕਈ ਪੁਰਾਣਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਵੀ ਈਵਨ ਮਜ਼ਾਕ ਦੇ ਵਿੱਚ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ ਚਾਹੀਦੀ ਤੇ ਸੁਣਨੀ ਵੀ ਨਹੀਂ ਚਾਹੀਦੀ। ਔਰ ਇਸੇ ਤਰ੍ਹਾਂ ਇੱਕ ਕਹਾਣੀ ਹੈ ਜਿਸ ਦੇ ਵਿੱਚ ਕਿ ਇੱਕ ਕੋਈ ਲੇਖਕ ਸੀਗਾ ਭਾਵਾ ਭੂਟੀ, ਉਸਨੇ ਇੱਕ ਗ੍ਰੰਥ ਲਿਖਿਆ ਜਿਹਦਾ ਨਾਮ ਹੈ ਰਾਮਚਰਿਤ। ਇਸ ਦੇ ਵਿੱਚ ਉਸਨੇ ਰਾਮਚੰਦਰ ਜੀ ਜਿਹੜੇ ਨੇ ਉਹਨਾਂ ਦਾ ਇੱਕ ਕਰੈਕਟਰ ਜਿਹੜਾ ਹੈ ਉਸ ਨੂੰ ਸਕੈਚ ਕੀਤਾ ਹੈ। ਔਰ ਇਹ ਮੰਨਿਆ ਜਾਂਦਾ ਹੈ ਕਿ ਇੱਕੋ ਇੱਕ ਗ੍ਰੰਥ ਹੈ ਜਿਸ ਦੇ ਵਿੱਚ ਕਿ ਜਿਸ ਵੇਲੇ ਰਾਮਚੰਦਰ ਜੀ ਜਿਹੜੇ ਨੇ ਉਹ ਘਰ ਵਾਪਸ ਆ ਜਾਂਦੇ ਨੇ ਅਯੋਧਿਆ 14 ਸਾਲ ਦੇ ਬਨਵਾਸ ਤੋਂ ਬਾਅਦ, ਤੇ ਇਹ ਮੰਨਿਆ ਜਾਂਦਾ ਵੀ ਦਿਸ ਇਜ਼ ਦੀ ਓਨਲੀ ਟੈਕਸਟ ਜਾਂ ਓਰੀਜਨਲ ਟੈਕਸਟ ਕਹਿ ਲਓ ਵੀ ਜਿੱਥੋਂ ਹੋਰਾਂ ਨੇ ਕਾਪੀ ਕੀਤਾ, ਜਿਸਨੇ ਕਿ ਉਹਨਾਂ ਦੀ ਲਾਈਫ ਨੂੰ ਆਫਟਰ ਹੀ ਕਮਸ ਬੈਕ ਟ੍ਰੇਸ ਕੀਤਾ ਹੈ। ਔਰ ਉਸ ਗ੍ਰੰਥ ਦੇ ਵਿੱਚ ਉਹਨੇ ਇਹ ਗੱਲ ਕਹੀ ਵੀ ਰਾਮਚੰਦਰ ਜੀ ਜਿਹੜੇ ਸੀਗੇ ਉਹ ਰਾਵਣ ਵਰਗੇ ਇੱਕ ਜਿਹੜਾ ਮਾੜਾ ਬੰਦਾ ਸੀਗਾ, ਇੰਨਾ ਪਾਵਰਫੁਲ ਜਿਹੜਾ ਸੀਗਾ, ਉਸ ਨੂੰ ਤੇ ਉਹ ਮਾਰ ਸਕੇ, ਪਰ ਜਿਹੜੀ ਗੌਸਿਪ ਔਰ ਸਲੈਂਡਰ ਉਹਨਾਂ ਦੀ ਕਿੰਗਡਮ ਦੇ ਵਿੱਚ ਉਹਨਾਂ ਦੇ ਖਿਲਾਫ ਚੱਲ ਰਹੀ ਸੀ ਉਸ ਨੂੰ ਉਹ ਰੋਕ ਨਹੀਂ ਸਕੇ। ਮਤਲਬ ਉਸ ਬੰਦੇ ਨੇ, ਲੇਖਕ ਨੇ, ਉਸ ਗੌਸਿਪ ਨੂੰ ਔਰ ਸਲੈਂਡਰ ਨੂੰ ਇੰਨਾ ਕੁ ਜ਼ਿਆਦਾ ਉਸਨੇ ਕਿਹਾ ਕਿ ਉਹ ਪਾਵਰਫੁਲ ਹੈ ਕਿ ਈਵਨ ਉਹ ਰਾਵਣ ਨਾਲੋਂ ਵੀ ਜ਼ਿਆਦਾ ਪਾਵਰਫੁਲ ਸੀ, ਕਿ ਉਹ ਰਾਮਚੰਦਰ ਜੀ ਜਿਹੜੇ ਸਨ ਰਾਵਣ ਨੂੰ ਤੇ ਮਾਰ ਆਏ ਲੇਕਿਨ ਉਸ ਗੌਸਿਪ ਨੂੰ ਨਹੀਂ ਰੋਕ ਸਕੇ। ਇਸਲਾਮ ਜਿਹੜਾ ਇਸੇ ਤਰ੍ਹਾਂ ਉਹ ਕਹਿੰਦਾ ਹੈ ਕਿ ਜਿਹੜਾ ਸਲੈਂਡਰ ਕਰਨਾ ਕਿਸੇ ਨੂੰ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕੋਈ ਆਪਣੇ ਕਿਸੇ ਮਰੇ ਹੋਏ ਭਰਾ ਜਾਂ ਰਿਸ਼ਤੇਦਾਰ ਦਾ ਮਾਸ ਖਾ ਰਿਹਾ ਹੋਵੇ। ਸੋ ਹਰ ਇੱਕ ਧਰਮ ਜਿਹੜਾ ਹੈ ਉਹ ਉਸ ਨੂੰ ਬੇਸਿਕਲੀ ਅਸੀਂ ਦੇਖੀਏ ਤੇ ਬਹੁਤ ਮਾੜਾ ਕਹਿੰਦਾ ਹੈ। ਮੈਂ ਬਹੁਤ ਜ਼ਿਆਦਾ ਕੋਈ ਡੀਪ ਡਾਈਵ ਨਹੀਂ ਕੀਤੀ, ਪਰ ਇਹ ਹੈ ਵੀ ਕ੍ਰਿਸਚੀਅਨਿਟੀ ਦੇ ਵਿੱਚ ਮੈਨੂੰ ਇੱਕ ਬੜੀ ਇੰਟਰਸਟਿੰਗ ਚੀਜ਼ ਲੱਭੀ ਜਿਹੜੀ ਮੈਂ ਸ਼ੁਰੂ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਵੀ ਜਦ ਅਸੀਂ ਕਿਸੇ ਬਾਰੇ ਕੋਈ ਗੱਲ ਕਰਦੇ ਹਾਂ, ਮੈਂ ਇਹ ਗੱਲ ਕਹਿਣਾ ਕਿ ਵੀ ਮੈਂ ਜਿਹੜੀ ਗੱਲ ਕਰ ਰਿਹਾ ਇਹ 100% ਸੱਚੀ ਹੈ। ਮੈਂ ਇਹ ਸ਼ੇਅਰ ਕਰਨਾ ਚਾਹੁੰਦਾ ਬਿਕੋਜ਼ ਮੈਂ ਕਿਸੇ ਨੂੰ ਵਾਰਨ ਕਰਨਾ ਚਾਹੁੰਦਾ, ਔਰ ਮੈਂ ਐਕਚੁਅਲੀ ਚਾਹਾਂਗਾ ਕਿ ਇਸ ਬਾਰੇ ਹੋਰ ਵੀ ਆਪਣੇ ਸਾਰੇ ਵਿਚਾਰ ਜਿਹੜੇ ਨੇ ਤੁਸੀਂ ਸਭ ਦਿਓ। ਮੈਂ ਇਹ ਗੱਲ ਜਿਹੜੀ ਕਰ ਰਿਹਾ ਸਿਰਫ ਦੂਸਰਿਆਂ ਨੂੰ ਵਾਰਨ ਕਰਨ ਵਾਸਤੇ ਕਰ ਰਿਹਾ, ਇਹ ਸੱਚੀ ਹੈ। ਪਰ ਜੀਸਸ ਕ੍ਰਾਈਸਟ ਇਹ ਗੱਲ ਕਹਿੰਦਾ ਹੈ, he says ਕਿ I tell you on the day of judgment people will give account for every careless word they speak, for by your words you will be justified and by your words you will be condemned। ਤੁਹਾਨੂੰ ਸਵਰਗ ਮਿਲਦਾ ਹੈ ਜਾਂ ਨਰਕ ਮਿਲਦਾ ਹੈ, ਤੁਹਾਨੂੰ ਕੰਡੈਮਨੇਸ਼ਨ ਮਿਲਦੀ ਹੈ ਜਾਂ ਤੁਹਾਨੂੰ ਵਾਵਾ ਮਿਲਦੀ ਹੈ ਉਸ ਪਰਮਾਤਮਾ ਦੇ ਦਰਬਾਰ 'ਚ, that will be judged by your words। True or not, don't share others' personal and private things, that is gossip। ਇਹ ਗੱਲ ਜਿਹੜੀ ਹੈ ਇਹ ਜੀਸਸ ਕ੍ਰਾਈਸਟ ਜਿਹੜਾ ਕਹਿੰਦਾ। ਸੋ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਕਿ ਵੀ ਮੈਂ ਅਗਰ ਕੋਈ ਗੱਲ ਕਰ ਰਿਹਾ, ਮੇਰੇ ਮਨ 'ਚ ਤੇ ਇੰਟੈਂਸ਼ਨ ਹੈ, ਮੇਰੀ ਕੋਈ ਇਹ ਨਹੀਂ ਮਾੜੀ ਵੀ ਮੈਂ ਕਿਸੇ ਨੂੰ ਡੈਮੇਜ ਕਰਨਾ ਹੈ, ਮੇਰੀ ਇੰਟੈਂਸ਼ਨ ਤੇ ਇਹ ਵੀ ਮੈਂ ਕਿਸੇ ਨੂੰ ਵਾਰਨ ਕਰਨਾ। ਪਰ ਜਿਹੜੇ ਰਿਲੀਜੀਅਸ ਟੈਕਸਟਸ ਨੇ ਉਹ ਇੱਥੇ ਤੱਕ ਜਾ ਰਹੇ ਨੇ ਕਿ ਵੀ ਇਹ ਜਜਮੈਂਟ ਜਿਹੜੀ ਹੈ ਤੇਰੇ ਹੱਥ ਵਿੱਚ ਨਹੀਂ ਹੈ, ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਪਰ ਤੂੰ ਜਿਸ ਵੇਲੇ ਉਹ ਗੱਲ ਕਰਦਾ ਤੇ ਉਹ ਇੱਕ ਗੌਸਿਪ ਬਣ ਜਾਂਦੀ ਹੈ, ਉਹ ਸਲੈਂਡਰ ਬਣ ਜਾਂਦੀ ਹੈ। ਸੋ ਸਮਥਿੰਗ that I found interesting, worth sharing, ਕਿ ਵੀ how we need to be careful। ਹੁਣ ਗੱਲ ਆ ਜਾਂਦੀ ਕਿ ਇਸ ਦੇ ਵਿੱਚ ਸੋਲੂਸ਼ਨ ਕੀ ਹੈ। ਇੱਕ ਬੰਦਾ ਨਿੰਦਾ ਕਰ ਰਿਹਾ, ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਸਕਦਾ ਹੈ। ਇੱਕ ਬੰਦੇ ਦੀ ਨਿੰਦਾ ਹੋ ਰਹੀ ਹੈ, ਉਹ ਉਸ ਸਿਚੁਏਸ਼ਨ 'ਚ ਕੀ ਕਰ ਸਕਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਗੱਲ ਕਹਿੰਦੇ ਨੇ, ਆਪਾਂ ਅਕਸਰ ਇਹ ਸ਼ਬਦ ਪੜ੍ਹਦੇ ਹਾਂ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ, ਢਾਕਣ ਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਣ ਸੁਖ ਦਾਤਾ। ਉਹ ਪਰਮਾਤਮਾ ਜਿਹੜਾ ਹੈ ਉਹ ਮੇਰੇ ਜੀ ਦਾ, ਮੇਰੇ ਪ੍ਰਾਣ ਦਾ, ਮੇਰੇ ਸਵਾਸਾਂ ਦਾ ਉਹ ਰਖਵਾਲਾ ਹੈ। ਔਰ ਉਸ ਪਰਮਾਤਮਾ ਨੇ ਮੇਰੇ ਜਿਹੜੇ ਕੀਤੇ ਹੋਏ ਮਾੜੇ ਕੰਮ ਨੇ ਉਹਨਾਂ ਦੇ ਉੱਤੇ ਪਰਦਾ ਪਾਇਆ। ਅਗਰ ਇੱਕ ਬੰਦੇ ਦੇ ਕੀਤੇ ਮਾੜੇ ਕੰਮਾਂ ਦੇ ਉੱਤੇ ਬਣਾਉਣ ਵਾਲਾ ਜਿਹੜਾ ਹੈ ਪਰਮਾਤਮਾ ਜਿਹੜਾ ਹੈ ਉਹ ਪਰਦਾ ਪਾਉਣ ਨੂੰ ਤਿਆਰ ਹੈ, ਉਸ ਨੂੰ ਢੱਕਣ ਨੂੰ ਤਿਆਰ ਹੈ,
ਢੱਕ ਰਿਹਾ ਹੈ, ਤੇ ਫਿਰ ਸਾਨੂੰ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਮੇਰੀ ਕੀਤੀ ਸਲੈਂਡਰ ਜਿਹੜੀ ਹੈ ਉਹ ਜਸਟੀਫਾਈਡ ਹੈ ਕਿ ਨਹੀਂ। ਆਪਾਂ ਹੁਣੇ ਜ਼ਿਕਰ ਕੀਤਾ ਜੀਸਸ ਕ੍ਰਾਈਸਟ ਦੀ ਗੱਲ ਕੀਤੀ ਕਿ ਵੀ ਉਹ ਕਹਿੰਦਾ ਵੀ ਯੂ ਵਿਲ ਬੀ ਜਜਡ ਬਾਏ ਦ ਵਰਡਸ ਯੂ ਸੇ, ਔਰ ਇਸ ਭੁਲੇਖੇ 'ਚ ਨਾ ਪਿਓ ਵੀ ਤੁਸੀਂ ਜੋ ਕਹਿ ਰਹੇ ਹੋ ਟਰੂ ਹੈ ਜਾਂ ਫਾਲਸ ਹੈ, ਜਸਟੀਫਾਈਡ ਹੈ ਜਾਂ ਨਹੀਂ ਜਸਟੀਫਾਈਡ, ਯੂ ਵਿਲ ਬੀ ਜਜਡ। ਗੁਰੂ ਸਾਹਿਬ ਉਸ ਨੂੰ ਆਪਾਂ ਹੁਣ ਅਗਰ ਦੇਖੀਏ, ਇੱਕ ਵਿਚਾਰ ਦੀ ਗੱਲ ਹੈ ਕਿ ਵੀ ਗੁਰੂ ਸਾਹਿਬ ਕਹਿੰਦੇ ਵੀ ਜੇ ਉਹ ਪ੍ਰਮਾਤਮਾ ਜਿਹੜਾ ਹੈ ਉਹ ਮੇਰੇ ਪਰਦੇ ਜਿਹੜੇ ਨੇ ਉਹ ਢੱਕ ਰਿਹਾ ਹੈ, ਤੇ ਫਿਰ ਸਾਨੂੰ ਸੋਚਣ ਦੀ ਇਹ ਲੋੜ ਹੈ ਵੀ ਜੇ ਪ੍ਰਮਾਤਮਾ ਪਰਦੇ ਢੱਕ ਰਿਹਾ ਤੇ ਫਿਰ ਅਸੀਂ ਕਿਸੇ ਦੀ ਸਲੈਂਡਰ ਦੇ ਵਿੱਚ ਜਾਂ ਕਿਸੇ ਹੋਰ ਕਿਸੇ ਇਸ ਕਿਸਮ ਦੀ ਗੱਲ ਦੇ ਗੌਸਿਪ ਦੇ ਵਿੱਚ ਕਾਹਦੇ ਲਈ ਇੰਡਲਜ ਕਰੀਏ। ਪਰ ਅਗਰ ਇੱਕ ਮਾੜੀ ਆਦਤ ਕਿਸੇ ਦੇ ਵਿੱਚ ਪਈ ਹੈ ਤੇ ਉਸ ਮਾੜੀ ਆਦਤ ਨੂੰ ਮੈਂ ਕਿਸ ਤਰ੍ਹਾਂ ਪਰੇ ਕਰ ਸਕਦਾ, ਉਸ ਤੋਂ ਕਿਸ ਤਰ੍ਹਾਂ ਬਚ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਵਾਸਤੇ ਤੈਨੂੰ ਸੰਗਤ ਵਿੱਚ ਜਾਣਾ ਪਏਗਾ। ਸੰਗਤ ਜਿਹੜੀ ਹੈ ਉਸ ਦੇ ਵਿੱਚ ਤੂੰ ਉਸ ਪਰਮਾਤਮਾ ਦੀ ਕਥਾ ਸੁਣੇਗਾ, ਬਾਣੀ ਸੁਣੇਗਾ, ਤੇ ਫਿਰ ਉਸ ਜਿਹੜਾ ਉਹ ਜਿਹੜਾ ਇੱਕ ਗੁਰਮਤ ਵਾਲਾ ਜਿਹੜਾ ਇੱਕ ਮਾਹੌਲ ਹੈ ਉਸ ਦੇ ਵਿੱਚ ਉਹ ਜਿਹੜਾ ਨਾਂ ਹੈ ਉਸ ਪਰਮਾਤਮਾ ਦਾ ਉਹ ਤੇਰੇ ਅੰਦਰ ਜਿਸ ਵੇਲੇ ਵਾਸ ਕਰੇਗਾ ਤੇ ਤੇਰੇ ਅੰਦਰ ਜਿਹੜੀ ਇਸ ਕਿਸਮ ਦੀਆਂ ਮਾੜੀਆਂ ਆਦਤਾਂ ਨੇ ਉਹ ਸਾਰੀਆਂ ਚਲੀਆਂ ਜਾਣਗੀਆਂ। ਔਰ ਉਹ ਜਿਹੜੀ ਮਾੜੀਆਂ ਆਦਤਾਂ ਨੇ ਉਹ ਤਾਂ ਹੀ ਜਾ ਸਕਦੀਆਂ ਨੇ ਜੇ ਸਤ ਸੰਗਤ ਦੇ ਵਿੱਚ ਜਾ ਕੇ ਮੈਂ ਉਸ ਸਤ ਸੰਗਤ ਤੋਂ ਫਾਇਦਾ ਉਠਾ ਕੇ ਸਤ ਪੁਰਖ ਜਿਹੜੇ ਨੇ ਉਹਨਾਂ ਦੀ ਸੰਗਤ ਕਰਦਾ ਜਾਂ ਉਹਨਾਂ ਦੇ ਨਾਲ ਮੇਰਾ ਮਿਲਾਪ ਹੁੰਦਾ ਹੈ। ਸੋ ਸੰਗਤ ਜਿਹੜੀ ਹੈ ਆਪਾਂ ਪਹਿਲੇ ਵੀ ਇੱਕ ਹੁਕਮ 'ਚ ਵਿਚਾਰ ਕੀਤਾ ਸੀਗਾ, ਸੰਗਤ ਦੀ ਇੱਕ ਬੜੀ ਇੰਪੋਰਟੈਂਸ ਹੈ। ਗੁਰੂ ਸਾਹਿਬ ਜਿਹੜੇ ਨੇ ਉਹ ਉਸ ਦੇ ਉੱਤੇ ਬਹੁਤ ਐਮਫੈਸਿਸ ਦਿੰਦੇ ਨੇ ਕਿ ਵੀ ਉਹ ਚੀਜ਼ ਜਿਹੜੀ ਹੈ ਉੱਥੇ ਜਾ ਕੇ ਅਸੀਂ ਹਰ ਕਿਸਮ ਦੀ ਆਪਣੀ ਵਾਈਸ ਜਿਹੜੀ ਹੈ, ਮਾੜੀਆਂ ਆਦਤਾਂ ਜਿਹੜੀਆਂ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਹੁਣ ਜਿਹੜਾ ਬੰਦਾ ਜਿਹੜਾ ਹੈ ਉਸ ਦੀ ਸਲੈਂਡਰਿੰਗ ਹੋ ਰਹੀ ਹੈ, ਆਪਾਂ ਇਸ ਨੂੰ ਹੁਣ ਬਾਰ-ਬਾਰ ਵਿਚਾਰ ਪਹਿਲੇ ਵੀ ਕਰ ਚੁੱਕੇ ਹਾਂ ਕਿ ਜਿਹੜੀ ਸਲੈਂਡਰਿੰਗ ਹੋ ਰਹੀ ਹੈ, ਜਿਹਦੇ ਬਾਰੇ ਨਿੰਦਾ ਕੀਤੀ ਜਾ ਰਹੀ ਹੈ, ਉਹਦੇ ਮਨ 'ਚ ਇੱਕ ਗੁੱਸਾ ਆਉਂਦਾ ਹੈ, ਇੱਕ ਰੋਸ ਆਉਂਦਾ ਹੈ ਕਿ ਯਾਰ ਮੇਰੀ ਕਾਹਦੇ ਲਈ ਐਵੇਂ ਬਦਖੋਈ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਕਹਿੰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਅਗਰ ਕੋਈ ਨਿੰਦਾ ਕਰ ਵੀ ਰਿਹਾ ਤੁਸੀਂ ਉਸ ਦੇ ਲੈਵਲ ਤੱਕ ਫਾਲ ਨਾ ਕਰੋ, ਉਸ ਨੂੰ ਤੋੜ ਕੇ ਅੱਗੇ ਜਵਾਬ ਦੇਣ ਦੀ ਜਾਂ ਨਿੰਦਾ ਕਰਨ ਵਾਲੇ ਦੀ ਹੋਰ ਨਿੰਦਾ ਕਰਨ ਦੀ ਲੋੜ ਨਹੀਂ ਹੈ। ਬਿਕੋਜ਼ ਇਨ ਦ ਪ੍ਰੋਸੈਸ ਜੋ ਤੁਹਾਡੇ ਗੁਣ ਨੇ ਯੂ ਵਿਲ ਲੂਜ਼ them। ਮੈਂ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰਨ ਵਾਸਤੇ, ਆਪਾਂ ਪਹਿਲੀ ਸਲਾਈਡ 'ਚ ਜ਼ਿਕਰ ਕੀਤਾ ਸੀ ਕਿ ਮੈਂ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰਨ ਵਾਸਤੇ ਕਿਸੇ ਬੰਦੇ ਨੂੰ ਮਾੜਾ ਕਹਿਣਾ, ਮੈਂ ਉਸ ਦਾ ਜਿਹੜਾ ਕੀਤਾ ਸਲੈਂਡਰ ਹੈ, ਉਸ ਦੀ ਜਿਹੜੀ ਕੀਤੀ ਨਿੰਦਾ ਹੈ, ਉਸ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਮੈਂ ਇਹਦੇ ਪ੍ਰੋਸੈਸ ਕਰ ਕੀ ਰਿਹਾ, ਮੈਂ ਖੁਦ ਉਸ ਪਰਮਾਤਮਾ ਦੀ ਔਰ ਆਪਣੇ ਨਜ਼ਰਾਂ ਦੇ ਵਿੱਚ ਗਿਰ ਰਿਹਾ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਕੋਈ ਨਿੰਦਾ ਕਰ ਵੀ ਰਿਹਾ ਹੈ, ਮਾੜਾ ਤੈਨੂੰ ਕਹਿ ਵੀ ਰਿਹਾ, ਆਪਣੇ ਗੁਣ ਨਾ ਗਵਾ, ਤੂੰ ਆਪ ਥੱਲੇ ਨਾ ਡਿੱਗ, ਮੇਨਟੇਨ ਯੋਰ ਇੰਟੈਗ੍ਰਿਟੀ। ਔਰ ਕੋਈ ਵੀ ਇਨਸਾਨ ਜਿਹੜਾ ਹੈ ਜੋ ਦੁੱਖ ਦੇ ਵਿੱਚ ਹੈ, ਜਿਸ ਨੂੰ ਲੇਕਿਨ ਉਹ ਦੁੱਖ ਜਿਹੜਾ ਹੈ, ਤਕਲੀਫ ਜਿਹੜੀ ਹੈ, ਉਹ ਉਸ ਨੂੰ ਅਸਰ ਨਹੀਂ ਕਰਨ ਦਿੰਦਾ ਆਪਣੇ ਉੱਤੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਕੋਈ ਦੁੱਖ ਨਹੀਂ ਮੰਨ ਰਿਹਾ, ਉਸੇ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਨੇ, ਗੁਰੂ ਤੇਗ ਬਹਾਦਰ ਜੀ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਔਰ ਉਹ ਬੰਦਾ ਜਿਹੜਾ ਹੈ ਆਪਣੀ ਖਿਲਾਫ ਕੀਤੀ ਨਿੰਦਿਆ ਦੇ ਨਾਲ ਆਪਣੇ ਆਪ ਨੂੰ ਅਫੈਕਟ ਨਹੀਂ ਹੋਣ ਦੇ ਰਿਹਾ, ਲੇਕਿਨ ਕੀਤੀ ਹੋਈ ਉਸਤਤ ਦੇ ਵਿੱਚ ਐਵੇਂ ਉਛਲ ਵੀ ਨਹੀਂ ਰਿਹਾ। ਹਰਕ ਸੋਗ ਤੇ ਰਹੇ ਨਿਆਰੋ, ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਨਿਆਰਾ ਰੱਖਦਾ, ਪਰੇ ਰੱਖਦਾ। ਮਾਨ ਅਪਮਾਨ ਜਿਹੜਾ ਹੈ ਉਸ ਨੂੰ ਆਪਣੇ ਆਪ ਨੂੰ ਅਫੈਕਟ ਨਹੀਂ ਕਰਨ ਦਿੰਦਾ। ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਤੈ ਘਟ ਬ੍ਰਹਮ ਨਿਵਾਸਾ। ਉਹ ਪਰਮਾਤਮਾ ਜਿਹੜਾ ਹੈ, ਉਹ ਜਿਹੜਾ ਇਨਸਾਨ ਹੈ, ਉਹ ਉਸ ਪਰਮਾਤਮਾ ਦਾ ਇੱਕ ਰੂਪ ਬਣ ਜਾਂਦਾ ਹੈ। ਉਸ ਦੇ ਹਿਰਦੇ ਦੇ ਵਿੱਚ, ਉਸ ਦੇ ਦਿਲ ਦੇ ਵਿੱਚ, ਉਸ ਦੇ ਮਨ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਉਹ ਆਪ ਨਿਵਾਸ ਕਰਨ ਲੱਗ ਪੈਂਦਾ ਹੈ, ਜਿਹੜਾ ਕਿ ਇਨਸਾਨ ਆਪਣੇ ਆਪ ਨੂੰ ਇਸ ਤਰ੍ਹਾਂ ਉੱਪਰ ਚੁੱਕ ਲੈਂਦਾ ਹੈ। ਸੋ ਐਨੀਵੇਜ਼ ਆਪਾਂ ਇਹ ਜਿਹੜੀ ਹੈ ਪ੍ਰੈਜੈਂਟੇਸ਼ਨ
ਇਸ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਔਰ ਜਿਸ ਤਰ੍ਹਾਂ ਆਪਾਂ ਪਹਿਲੇ ਵਿਚਾਰ ਕੀਤਾ ਕਿ ਵੀ ਨਿੰਦਾ ਜਿਹੜੀ ਹੈ, ਗੌਸਿਪ ਜਿਹੜੀ ਹੈ, ਇਸ ਨੂੰ ਗੁਰੂ ਸਾਹਿਬ ਨੇ ਇੱਕ ਹੁਕਮ ਦੇ ਤੌਰ ਤੇ ਇੱਕ ਕੋਡ ਆਫ ਕੰਡਕਟ ਬਣਾਇਆ ਹੈ। ਔਰ ਉਹ ਜਿਹੜਾ ਕੋਡ ਆਫ ਕੰਡਕਟ ਹੈ, ਉਸ ਦੇ ਪਿੱਛੇ ਇੱਕ ਬੜਾ ਵੱਡਾ ਰੀਜ਼ਨ ਹੈ ਕਿ ਗੁਰਬਾਣੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਜਿਹੜੇ ਹੈ, ਉਸ ਦੇ ਵਿੱਚ ਗੁਰੂ ਸਾਹਿਬ ਔਰ ਭਗਤਾਂ ਦੀ ਔਰ ਭੱਟਾਂ ਦੀ ਜਿਹੜੀ ਬਾਣੀ ਹੈ, ਉਹ ਸਾਨੂੰ ਸੇਧ ਦਿੰਦੀ ਹੈ, ਜਿਸ ਨੂੰ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਯੂਜ਼ ਕੀਤਾ ਹੈ ਐਜ਼ ਅ ਗਾਈਡਲਾਈਨ ਟੂ ਕ੍ਰੀਏਟ ਦਿਸ ਫॉर ਅਸ ਕਿ ਵੀ ਨਿੰਦਾ ਔਰ ਗੌਸਿਪ ਜਿਹੜੀ ਹੈ ਉਹ ਮਾੜੀ ਹੈ। ਉਸ ਲਈ ਵੀ ਜੋ ਕਰ ਰਿਹਾ ਹੈ, ਨੈਚੁਰਲੀ ਉਸ ਲਈ ਵੀ ਜਿਹੜੀ ਹੋ ਰਹੀ ਹੈ। ਔਰ ਇੱਕ ਕੋਡ ਆਫ ਕੰਡਕਟ ਹੈ ਜਿਸ ਨੂੰ ਕਿ ਸਾਨੂੰ ਫੋਲੋ ਕਰਨਾ ਚਾਹੀਦਾ ਹੈ ਟੂ ਇੰਪਰੂਵ ਦ ਕੁਆਲਿਟੀ ਆਫ ਆਵਰ ਲਾਈਵਸ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਉਹ ਇੱਕ ਭਾਰ ਦੇ ਟੋਕਰੇ ਵਾਂਗ ਹੈ, ਲੇਕਿਨ ਜਿਸ ਬੰਦੇ ਦੀ ਨਿੰਦਾ ਹੋ ਰਹੀ ਹੈ ਉਸ ਨੂੰ ਉਸ ਬਾਰੇ ਬਹੁਤਾ ਬੁਰਾ ਨਹੀਂ ਮਨਾਉਣ ਦੀ ਲੋੜ, ਕਿਉਂਕਿ ਆਪਾਂ ਜਿੱਦਾਂ ਵਿਚਾਰ ਕੀਤਾ ਵੀ ਭਗਤ ਜੀ ਜਿਹੜੇ ਨੇ, ਭਗਤ ਕਬੀਰ ਜੀ ਤੇ ਕਹਿੰਦੇ ਵੀ ਮੈਨੂੰ ਤਾਂ ਬਹੁਤ ਵਧੀਆ, ਕਰੀ ਜੋ ਮੇਰੀ ਨਿੰਦਾ, ਆਈ ਐਮ ਵੈਰੀ ਹੈਪੀ ਵਿਦ ਦੈਟ। ਸੋ ਉਹ ਜਿਹੜੀ ਇੱਕ ਨਿੰਦਾ ਹੈ ਉਹ ਕਰਨ ਵਾਲੇ ਵਾਸਤੇ ਵੀ ਮਾੜੀ ਹੈ, ਜਿਹੜੀ ਹੋ ਰਹੀ ਉਹਦੇ ਲਈ ਵੀ ਮਾੜੀ ਹੈ। ਪਰ ਗੁਰੂ ਸਾਹਿਬ ਸਾਨੂੰ ਇਹ ਸੇਧ ਦੇ ਰਹੇ ਨੇ ਕਿ ਨਾ ਤੇ ਸਾਨੂੰ ਉਹ ਕਰਨੀ ਚਾਹੀਦੀ ਹੈ, ਨਾ ਸਾਨੂੰ ਉਸ ਦੇ ਵਿੱਚ ਇੰਡਲਜ ਕਰਨਾ ਚਾਹੀਦਾ ਹੈ, ਪਰ ਇਹ ਕਿ ਸਾਨੂੰ ਆਪਣੇ ਉੱਤੇ ਆਪਣੇ ਆਪ ਨੂੰ ਉਸ ਤੋਂ ਉੱਪਰ ਚੁੱਕਣਾ ਚਾਹੀਦਾ ਹੈ। ਐਂਡ ਇਨ ਦ ਪ੍ਰੋਸੈਸ ਅਗਰ ਕੋਈ ਸਾਡੀ ਨਿੰਦਾ ਕਰ ਰਿਹਾ ਤੇ ਵੀ ਸ਼ੁੱਡ ਨਾਟ ਲੈਟ ਇਟ ਅਫੈਕਟ ਅਸ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਮੈਂ ਮਾਫੀ ਚਾਹਾਂਗਾ ਅਗਰ ਮੈਂ ਕੋਈ ਐਸੀ ਗੱਲ ਕਹੀ ਹੈ ਜਿਹੜੀ ਗਲਤ ਹੈ। ਪਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਗੁਰੂ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਰਚਨਾਵਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੈਗੀਆਂ। ਲੇਕਿਨ ਅਗਰ ਅਸੀਂ ਧਿਆਨ ਨਾਲ ਦੇਖੀਏ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿੰਨੀਆਂ ਵੀ ਰਚਨਾਵਾਂ ਨੇ, ਉਹਨਾਂ ਦੀ ਜੋ ਵੀ ਥਾਟ ਪ੍ਰੋਸੈਸ ਹੈ, ਉਸ ਦਾ ਕਿਤੇ ਨਾ ਕਿਤੇ ਸਾਨੂੰ ਇੱਕ ਬੜਾ ਡੀਪ ਬੇਸਿਸ, ਇੱਕ ਕਨੈਕਸ਼ਨ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਜਿਹੜੀ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਔਰ ਹੋਰ ਭੱਟਾਂ ਔਰ ਭਗਤਾਂ ਦੀ ਜਿਹੜੀ ਰਚਨਾਵਾਂ ਨੇ, ਉਸ ਦਾ ਸਾਨੂੰ ਇੱਕ ਬੜਾ ਡੀਪ ਇਨਫਲੂਐਂਸ ਨਜ਼ਰ ਆਉਂਦਾ ਹੈ। ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਜਿਹੜੇ ਕੋਡ ਆਫ ਕੰਡਕਟ ਨੇ, 52 ਹੁਕਮ ਨੇ ਜਾਂ ਰਹਿਤ ਮਰਿਆਦਾ ਨੇ, ਇਹ ਕਿਸੇ ਇਨਸਾਨ ਨੇ ਬਣਾਈਆਂ ਨੇ, ਸਾਨੂੰ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਨਹੀਂ। ਉਹਨਾਂ ਦਾ ਬਕਾਇਦਾ ਬੇਸਿਸ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ। ਐਂਡ ਅਗਰ ਅਸੀਂ ਉਹਨਾਂ ਨੂੰ ਸਿਰਫ ਇਹ ਸੋਚ ਕੇ ਵੀ ਚੱਲੀਏ ਕਿ ਵੀ these are just guidelines that help us become better human beings, then why not? ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇੱਕ ਬੜਾ ਇੰਪੋਰਟੈਂਟ ਟੌਪਿਕ ਹੈ ਜਿਸ ਦੇ ਵਿੱਚ ਅਸੀਂ ਹਮੇਸ਼ਾ ਇੰਡਲਜ ਕਰਦੇ ਹਾਂ, ਤੇ ਇਸ ਬਾਰੇ ਤੁਹਾਡੇ ਜੋ ਵੀ ਵਿਚਾਰ ਹੋਣ ਪਲੀਜ਼ ਜ਼ਰੂਰ ਆਪਣੇ ਆਪ ਨੂੰ ਅਨਮਿਊਟ ਕਰਕੇ ਤੇ ਸਾਰੀ ਸੰਗਤ ਦੇ ਨਾਲ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰੋ। ਤੇ ਅਗਰ ਮੇਰੇ ਤੋਂ ਕੋਈ ਗੱਲ ਗਲਤ ਕਹੀ ਗਈ ਹੈ ਤੇ ਮੈਂ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।